ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਬਹੁਤ ਹੀ ਵਧੀਆ, ਚੜ੍ਹਦੀ ਕਲਾ। ਬਿਨਾਂ ਪੁੱਛਿਆ ਜਵਾਬ ਨਹੀਂ ਦੇਈਦਾ ਹੁੰਦਾ। ਕਿਉਂ? ਵੈਸੇ ਹੀ ਚੰਗਾ ਪਤਾ ਹੀ ਨਹੀਂ ਆ, ਲੱਗਦਾ। 4.5 ਸਾਲਾਂ ਚ ਮੈਨੂੰ ਸਾਰਾ ਪਤਾ, ਕਿਹੜੇ ਮੌਕੇ ਕੀ ਪੁੱਛੋਗੇ ਤੇ ਮੈਂ ਕਿਹੜੇ ਮੌਕੇ ਕੀ ਦੱਸ ਦੇਣਾ। ਮੈਂ ਤਾਂ ਮੌਸਮ ਬਾਰੇ ਪੁੱਛਣਾ ਸੀ। ਅੱਛਾ ਜੀ। ਅੱਜ ਸਤਿ ਸ਼੍ਰੀ ਅਕਾਲ ਕਹਿਣਾ ਹੀ ਨਹੀਂ ਸੀ। ਨਹੀਂ, ਸਤਿ ਸ਼੍ਰੀ ਅਕਾਲ ਕਹਿ ਕੇ ਨਾਲ ਹੀ ਮੌਸਮ ਪੁੱਛਣਾ ਤੇ ਸੀ। ਮੈਂ ਮੌਸਮ ਦੱਸ ਦੇਣਾ। ਜੀ। ਗਰਮ ਬਹੁਤ ਆ ਅੱਜ, ਸਵੇਰ ਦੇ ਵੇਲੇ ਗਰਮੀ ਪਈ ਹੈ ਚੋਖੀ, ਤੇ ਮੌਸਮ ਵਿਭਾਗ ਨੇ ਗੱਲ ਪਹਿਲਾਂ ਹੀ ਕਹਿਤੀ ਹੈ ਵੀ 31 ਤਰੀਕ ਤੱਕ ਵੱਟ ਕੱਢੀ ਜਾਣੇ ਗਰਮੀ ਨੇ। ਤੇ ਬਾਰਡਰਾਂ ਦੇ ਉੱਤੇ ਦਿੱਲੀ ਦੇ ਵਿੱਚ ਵੀ ਚੋਖੀ ਗਰਮੀ ਹੋਈ ਪਈ ਆ। 42-43 ਡਿਗਰੀ ਤੱਕ ਤਾਪਮਾਨ ਹੋ ਜਾਂਦਾ ਤੇ ਇਹਦੇ ਵਿੱਚ ਹੁਣ ਘਟਾਅ ਹੋਣ ਦੀ ਸੰਭਾਵਨਾ ਕੋਈ ਨਹੀਂ। ਜੀ ਬਿਲਕੁਲ, ਇਸ ਵੇਲੇ ਹਾਲਾਤ ਜਿਹੜੇ ਆ ਬਹੁਤ ਖਰਾਬ ਆ ਗਰਮੀ ਵਾਲੇ। ਮਤਲਬ ਪੂਰੀ ਤਰ੍ਹਾਂ ਦੇ ਨਾਲ ਤਰਾ ਹੀ ਨਿਕਲਿਆ ਪਿਆ ਕਿ ਲੋਕਾਂ ਦਾ ਮੌਸਮ ਬਹੁਤ ਜ਼ਿਆਦਾ ਗਰਮ ਹੋ ਗਿਆ। ਸੋ ਖੈਰ, ਆਪਾਂ ਚੱਜ ਦੇ ਵਿਚਾਰ ਦੀ ਸਾਂਝ ਪਾਈਏ। ਪਹਿਲਾਂ ਤੁਸੀਂ ਦੇਖੋ, ਕਦੇ-ਕਦੇ ਜ਼ਿੰਦਗੀ ਨੂੰ ਝੱਲਿਆਂ ਵਾਂਗ ਵੀ ਜਿਉਂ ਲੈਣਾ ਚਾਹੀਦਾ। ਕਦੇ-ਕਦੇ ਜ਼ਿੰਦਗੀ ਨੂੰ ਝੱਲਿਆਂ ਵਾਂਗ, ਕਮਲਿਆਂ ਵਾਂਗ ਵੀ ਜਿਉਂ ਲੈਣਾ ਚਾਹੀਦਾ, ਕਿਉਂਕਿ ਬਹੁਤੇ ਸਿਆਣਿਆਂ ਦੇ ਨਾਲ ਤਾਂ ਨਿਆਣੇ ਵੀ ਨਹੀਂ ਖੇਡਦੇ। ਵਾਹ, ਕੀ ਬਾਤ ਹੈ ਗੱਲਬਾਤ? ਹਾਂ, ਪੂਰੀ ਹੈ। ਮਿਹਰਬਾਨੀ। ਦਿਲ ਤਾਂ ਹਮੇਸ਼ਾ ਹੀ ਬੱਚਾ ਹੈ ਜੀ। ਦਿਲ ਤੋਂ ਬੱਚਾ ਹੈ ਜੀ, ਐਵੇਂ ਥੋੜੀ ਹਿੰਦੀ ਚ ਗਾਣਾ ਬਣ ਗਿਆ। ਬੱਚਾ ਹੈ ਜੀ, ਹਾਂ। ਚਾਹੇ ਜਿੰਨੀ ਮਰਜ਼ੀ ਉਮਰ ਹੋ ਜਾਏ, ਪਰ ਅੰਦਰ ਇੱਕ ਨਿਆਣਾ, ਇੱਕ ਬੱਚਾ ਜ਼ਰੂਰ ਜਿਉਂਦਾ ਰਹਿੰਦਾ ਹੈ, ਸਦਾ ਹੀ ਜਿਉਂਦਾ ਰਹਿੰਦਾ ਹੈ। ਥੋੜੇ ਸਿਆਣੇ ਦਾ ਵੀ ਦਿਲ ਕਰਦਾ ਹੁੰਦਾ ਵੀ ਮੈਂ ਕਦੇ ਥੋੜੀਆਂ ਜੀਆਂ ਸ਼ਰਾਰਤਾਂ ਕਰਾਂ, ਕਦੀ ਥੋੜੀਆਂ ਜੀਆਂ ਮੈਂ ਇਲਤਾਂ ਕਰਾਂ, ਹਨਾ, ਆਪਣੇ ਬਚਪਨ ਨੂੰ ਯਾਦ ਕਰਾਂ। ਹਰੇਕ ਦੇ ਮਨ ਦੇ ਵਿੱਚ ਤਾਂਘ ਜ਼ਰੂਰ ਹੁੰਦੀ ਹੈ। ਉਹ ਗੱਲ ਵੱਖਰੀ ਕਿ ਜ਼ਿੰਮੇਵਾਰੀਆਂ ਕਈ ਵਾਰ ਇੰਨਾ ਕੁ ਜ਼ਿਆਦਾ ਦਬਾ ਲੈਂਦੀਆਂ ਨੇ, ਮਜਬੂਰੀਆਂ ਕਈ ਵਾਰ ਇੰਨਾ ਕੁ ਜ਼ਿਆਦਾ ਦਬਾ ਲੈਂਦੀਆਂ ਨੇ ਕਿ ਬੰਦਾ ਚਾਹ ਕੇ ਵੀ ਆਪਣੀਆਂ ਖੁਸ਼ੀਆਂ ਵੱਲ ਧਿਆਨ ਨਹੀਂ ਦੇ ਪਾਉਂਦਾ। ਬਿਲਕੁਲ, ਕਿਉਂਕਿ ਇਸ ਗੱਲ ਦਾ ਵੀ ਡਰ ਹੁੰਦਾ ਵੀ ਕਿਤੇ ਕੋਈ ਇਹ ਨਾ ਕਹਿ ਦੇਵੇ ਵੀ ਹੁਣ ਇਸ ਉਮਰ ਦੇ ਵਿੱਚ ਵੇਖੋ ਕੀ ਕਰੀ ਜਾਂਦਾ, ਇਹਨੂੰ ਵੱਖਰੀ ਚੰਡੀ ਚੜੀ ਆ। ਸੋ ਪਰ ਕੋਈ ਗੱਲ ਨਹੀਂ, ਮਾੜਾ ਜਿਹਾ ਵਲਗਣਾ ਤੋਂ ਉੱਤੇ ਵੀ ਉੱਠਣਾ ਚਾਹੀਦਾ ਕਦੇ ਕਦੇ। ਸਹੀ, ਬਿਲਕੁਲ। ਤੇ ਜਿਹੜਾ ਮੈਂ ਚੱਜ ਦਾ ਵਿਚਾਰ ਲੈ ਕੇ ਆਈ ਹਾਂ, ਆਉਣ ਦਿਓ। ਟਾਣਾ ਸਾਹਿਬ, ਇਹ ਅਸਲ ਦੇ ਵਿੱਚ ਨਾ ਹਿੰਦੀ ਦੇ ਵਿੱਚ ਆ ਤੇ ਅੱਜ ਦੇ ਹਾਲਾਤਾਂ ਨੂੰ ਮੈਨੂੰ ਲੱਗਦਾ ਬਾਖੂਬੀ ਪੇਸ਼ ਕਰਨ ਵਾਲਾ ਚਾਹੀਦਾ ਵਿਚਾਰ ਹੈ, ਕਿਉਂਕਿ ਹਰੇਕ ਦੇ ਨਾਲ ਇਹ ਚੀਜ਼ ਜ਼ਰੂਰ ਵਾਪਰਦੀ ਹੈ। कहते अल्फाज कभी रद्दी नहीं होते, अल्फाज कभी भी रद्दी नहीं होते, पर हाँ सामने वाला कबाड़ी जरूर हो सकता है। हाँ, गलबात है। हाँ, ਜਿਹੜਾ ਸਾਹਮਣੇ ਵਾਲਾ ਉਹ ਮੁੱਲਵਾਨ ਨਾ ਹੋਵੇ, ਉਹ ਕਲਾ ਦੀ ਕਦਰ ਕਰਨ ਵਾਲਾ ਨਾ ਹੋਵੇ, ਉਹ ਸ਼ਬਦਾਂ ਦਾ ਪਾਰਖੂ ਨਾ ਹੋਵੇ, ਅਰਥ ਉਹਨੂੰ ਢੁਕਵੇਂ ਤਰੀਕੇ ਦੇ ਨਾਲ ਸਮਝ ਨਾ ਆਉਣ, ਉਹਦੇ ਪਿੜ ਪੱਲੇ ਖੋਪੜ ਦੇ ਵਿੱਚ ਕੁਝ ਨਾ ਪਵੇ, ਇਹ ਇੱਕ ਵੱਖਰੀ ਗੱਲ ਆ। ਪਰ ਲਫ਼ਜ਼ ਕਦੇ ਵੀ ਰੱਦੀ ਨਹੀਂ ਹੁੰਦੇ। ਲਫ਼ਜ਼ਾਂ ਦੀ ਹਮੇਸ਼ਾ ਹੀ ਬਹੁਤ ਕੀਮਤ ਹੁੰਦੀ ਆ, ਪਰ ਬੰਦੇ ਨੇ ਮੂੰਹ ਦੇ ਵਿੱਚੋਂ ਲਫ਼ਜ਼ ਕੱਢੇ ਕਿਹੜੇ ਆ, ਇਹ ਵੀ ਬੜੀ ਮੁੱਲਵਾਨ ਗੱਲ ਆ। ਬਿਲਕੁਲ। ਤੇ ਉਹ ਕੱਢੇ ਹੋਏ ਲਫ਼ਜ਼ਾਂ ਨੂੰ ਕੋਈ ਕੀ ਸਮਝਦਾ ਹੈ, ਇਹ ਵੀ ਬਹੁਤ ਮੁੱਲਵਾਨ ਗੱਲ ਆ। ਛੱਡੀ ਹੋਵੇ ਰਾਮਦੇਵ ਵਾਂਗੂ ਛੁਰਲੀ ਤੇ ਬੰਦਾ ਕਵੇ ਵੀ ਇਹਦਾ ਵੀ ਮੈਂ ਕੋਈ ਨਾ ਕੋਈ ਅਰਥ ਕੱਢਣਾ, ਤੇ ਅਰਥ ਇਹੀ ਨਿਕਲਦਾ ਵੀ ਇਹਨੂੰ ਕੁਝ ਨਹੀਂ ਪਤਾ। ਬਿਲਕੁਲ ਸਹੀ ਗੱਲ ਹੈ। ਸੋ ਵੈਸੇ ਵੀ ਕਹਿੰਦੇ ਹੁੰਦੇ ਆਪਣੇ ਜਿਹੜੇ ਮੁੱਲਵਾਨ ਵਿਚਾਰ ਨੇ ਨਾ, ਉਹ ਹਮੇਸ਼ਾ ਉਸ ਬੰਦੇ ਦੇ ਨਾਲ ਸਾਂਝੇ ਕਰੋ ਜਿਹੜਾ ਬੰਦਾ ਇੱਕ ਚੰਗੀ ਮਾਨਸਿਕਤਾ ਦਾ ਹੋਵੇ, ਜਿਹੜਾ ਉਹਨਾਂ ਵਿਚਾਰਾਂ ਨੂੰ ਸਮਝ ਸਕਦਾ ਹੋਵੇ, ਉਹਨਾਂ ਵਿਚਾਰਾਂ ਦੇ ਬਾਰੇ 'ਚ ਗੱਲ ਕਰ ਸਕਦਾ ਹੋਵੇ। ਨਹੀਂ ਤਾਂ ਮਤਲਬ ਕਈ ਵਾਰ ਐ ਹੁੰਦਾ ਤੁਸੀਂ ਬਹੁਤ ਮੁੱਲਵਾਨ ਗੱਲ ਕਰਦੇ ਹੋ, ਮੋਰ ਲੱਗਦਾ ਲੈ ਇਹਨੂੰ ਕੀ ਪਤਾ। ਇੱਕ ਮੈਨੂੰ ਹੋਰ ਚੱਜ ਦਾ ਵਿਚਾਰ ਆਇਆ, ਕਹਿੰਦੇ ਵੀ ਬੰਦੇ ਨੂੰ ਹਮੇਸ਼ਾ ਇਸ ਗੱਲ ਦਾ ਭਰਮ ਰਹਿੰਦਾ ਕਿ ਮੈਂ ਆਲੇ ਦੁਆਲੇ ਲਈ, ਸਮਾਜ ਲਈ ਬੜਾ ਮਹੱਤਵਪੂਰਨ, ਮੈਂ ਬੜਾ ਮੁੱਲਵਾਨ ਆ, ਮੇਰੇ ਬਿਨਾਂ ਸਰਨਾ ਨਹੀਂ। ਪਰ ਤੁਸੀਂ 4-5 ਦਿਨ ਨਾ ਗਾਇਬ ਹੋ ਕੇ ਦੇਖ ਲਓ, ਤੁਹਾਨੂੰ ਚੌਥੇ ਪੰਜਵੇਂ ਦਿਨ ਹੀ ਲੋਕਾਂ ਨੇ ਭੁੱਲਣਾ ਸ਼ੁਰੂ ਕਰ ਦੇਣਾ। ਕਿਸੇ ਦਾ ਕੁਝ ਨਹੀਂ ਵਿਗੜਨਾ, ਕਿਸੇ ਦਾ ਕੁਝ ਨਹੀਂ ਜਾਣਾ, ਫਰਕ ਸਿਰਫ ਆਪਣਿਆਂ ਨੂੰ ਪੈਂਦਾ ਜਿਹੜੇ ਕਿ ਬਹੁਤ ਨੇੜਲੇ ਹੁੰਦੇ ਆ। ਨਹੀਂ ਤਾਂ ਬੰਦਾ ਸਾਰੀ ਉਮਰ ਇਸ ਭਰਮ ਦੇ ਵਿੱਚ ਹੀ ਕੱਢ ਦਿੰਦਾ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਜੇ ਚਲਾ ਗਿਆ ਨਾ ਤਾਂ ਬਸ ਬਹੁਤ ਨੁਕਸਾਨ ਹੋ ਜਾਣਾ, ਰੁਕ ਜਾਣੀ ਆ ਕੰਮ, ਕੁਛ ਨਹੀਂ ਰੁਕਦਾ। ਟਾਣਾ ਸਾਹਿਬ, ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਇਨਸਾਨ ਧਰਤੀ ਦੇ ਉੱਪਰ ਆਉਂਦਾ ਹੈ ਨਾ, ਤੇ ਰੱਬ ਉਹਦੇ ਕੰਨਾਂ ਦੇ ਵਿੱਚ 2 ਫੂਕਾਂ ਮਾਰਦਾ ਹੈ। 2 ਕੰਨ ਨੇ, ਦੋਵਾਂ ਦੇ ਵਿੱਚ ਇੱਕ ਫੂਕ ਮਾਰਦਾ। ਅੱਛਾ। ਤੇ ਕਿ ਤੇਰੇ ਤੋਂ ਵੱਧ ਸੋਹਣਾ ਮੈਂ ਧਰਤੀ ਤੇ ਪਹਿਲਾਂ ਕੋਈ ਨਹੀਂ ਭੇਜਿਆ, ਤੇ ਤੇਰੇ ਤੋਂ ਵੱਧ ਸਮਝਦਾਰ ਮੈਂ ਦੁਨੀਆ 'ਚ ਕਦੇ ਨਹੀਂ ਕੋਈ ਬਣਾਇਆ। ਚਲੋ ਬੰਦੇ ਨੂੰ ਇਹ ਭਰਮ ਤਾਂ ਰਹਿੰਦਾ ਵੀ ਮੇਰੇ ਵਰਗਾ ਸੋਹਣਾ ਕੋਈ ਨਹੀਂ। ਇੱਕ ਮੁੱਛ ਫੁੱਟਦੀ ਜੀ ਉਮਰ ਹੁੰਦੀ ਆ, ਜਦੋਂ ਬੰਦਾ ਸ਼ੀਸ਼ੇ ਦੇ ਮੂਹਰੇ ਖੜ ਕੇ ਕਹਿੰਦਾ ਵੀ ਮੇਰੇ ਮੂਹਰੇ ਆਮਿਰ ਖਾਨ ਕੀ, ਕਿਹੜਾ ਵਰੁਣ ਧਵਨ, ਕਿਹੜਾ ਰਿਤਕ ਰੋਸ਼ਨ, ਤੇ ਬਸ ਸਭ ਜ਼ੀਰੋ। ਹਾਂ, ਇਹ ਜਿਹੜੀਆਂ 2 ਫੂਕਾਂ ਨੇ ਨਾ ਸਾਰੀ ਜ਼ਿੰਦਗੀ। ਫੂਕਾਂ ਵਾਲੀ ਗੱਲ ਨਹੀਂ ਮੈਨੂੰ ਸਮਝ ਆਈ। ਕਿਉਂ? ਰੱਬ ਨੇ ਫੂਕਾਂ ਮਾਰੀਆਂ ਕੰਨ ਦੇ ਵਿੱਚ, ਕਿੱਥੇ ਮਾਰਦੇ ਆ ਉਹ ਸਿਆਣੇ? ਇਹ ਗੱਲ ਕਹਿੰਦੇ ਨੇ ਕਿ ਜਦੋਂ ਰੱਬ ਬੰਦੇ ਨੂੰ ਧਰਤੀ ਤੇ ਭੇਜਦਾ ਹੈ ਤੇ ਉਹਦੇ ਦੋਹਾਂ ਕੰਨਾਂ ਦੇ ਵਿੱਚ ਇੱਕ ਇੱਕ ਇਹ ਫੂਕ ਮਾਰ ਦਿੰਦਾ ਹੈ, ਤੇ ਬੰਦਾ ਫਿਰ ਸਾਰੀ ਜ਼ਿੰਦਗੀ ਇਹਨਾਂ 2 ਫੂਕਾਂ ਦੇ ਭਰਮ ਦੇ ਵਿੱਚ ਹੀ ਕੱਢ ਦਿੰਦਾ। ਮੈਨੂੰ ਤਾਂ ਭਾਈ ਇੱਕੋ ਗੱਲ ਦਾ ਪਤਾ ਕਿ ਰੱਬ ਇੱਕ ਗੁੰਝਲਦਾਰ ਬੁਝਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਵਾਹ,
ਕੀ ਬਾਤ ਹੈ। ਗੁੰਝਲਦਾਰ ਬੁਝਾਰਤਾ ਇਹ। ਜੀ। ਪਤਾ ਨਹੀਂ ਕੌਣ ਕਿਹਦੇ ਕੰਨ 'ਚ ਫੂਕ ਮਾਰ ਜਾਂਦਾ। ਮੈਨੂੰ ਤਾਂ ਇੰਨਾ ਪਤਾ ਵੀ ਕਈ ਦਫ਼ਤਰਾਂ ਦੇ ਵਿੱਚ ਇਹੋ ਜਿਹੀਆਂ ਫੂਕਾਂ ਕੰਨ 'ਚ ਵੱਜਦੀਆਂ, ਬਿਲਕੁਲ। ਜਿਹੜਾ ਬੰਦਾ ਤੁਹਾਡਾ ਮਿੱਤਰ ਆ ਉਹ ਵਿਰੋਧੀ ਹੋ ਜਾਂਦਾ, ਜਿਹੜਾ ਵਿਰੋਧੀ ਉਹ ਜੱਫੀ ਪਾ ਲੈਂਦਾ। ਪਰ ਗੱਲ ਇਹ ਹੈ ਟਾਣਾ ਸਾਹਿਬ, ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਫੂਕਾਂ ਮਾਰਨ ਵਾਲੇ ਨੂੰ ਲੱਭਦਾ ਕੀ ਹੈ, ਕਿੰਨੀ ਕੁ ਦੇਰ ਤੱਕ ਉਹ ਤੁਹਾਨੂੰ ਅਸਲ ਲੱਗਦਾ 'ਚ ਦੇਖਦਾ ਵੀ ਮੇਰੇ ਅੰਦਰ ਆਕਸੀਜਨ ਪੂਰੀ ਆ ਕਰਕੇ, ਠੀਕ ਆ, ਮੇਰਾ ਫੇਫੜਾ ਖੁੱਲਦਾ। ਤੇ ਕਈ ਵਾਰ ਫਿਰ ਫੇਫੜਾ ਇੰਨਾ ਖੁੱਲ ਜਾਂਦਾ ਨਾ, ਪਾਟਣ ਤੇ ਆ ਜਾਂਦਾ। ਹਾਂ, ਕਿ ਸਾਰਾ ਦਫ਼ਤਰ ਖਿਲਾਫ ਹੋ ਜਾਂਦਾ, ਫਿਰ ਉਹ ਬੰਦਾ ਇਕੱਲਾ ਹੀ ਘੁੰਮਿਆ ਫਿਰਦਾ ਹੁੰਦਾ ਹੈ। ਚੱਜ ਦਾ ਵਿਚਾਰ। ਟਾਣਾ ਸਾਹਿਬ, ਕਰੋਨਾ ਦੇ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋਇਆ ਤੇ ਇਹੋ ਜਿਹਾ ਹੋ ਰਿਹਾ ਹੈ ਜਿਹੜਾ ਕਿ ਸਦਾ ਹੀ ਮੈਨੂੰ ਲੱਗਦਾ ਬੰਦੇ ਦੇ ਮਨ ਦੇ ਉੱਪਰ ਰਹੇਗਾ, ਸਦਾ ਹੀ ਚੇਤੇ ਰਹੇਗਾ ਵੀ ਆਹ ਕੁਝ ਵੀ ਅਸੀਂ ਵੇਖਿਆ ਸੀ। ਪਰ ਇਸ ਦੌਰ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਲੋਕ ਅੱਗੇ ਆਏ ਜਿਨ੍ਹਾਂ ਨੇ ਵਾਕਈ ਗਰੀਬ ਲੋਕਾਂ ਦੀ, ਜਿਨ੍ਹਾਂ ਨੇ ਆਮ ਲੋਕਾਂ ਦੀ ਬਾਹ ਫੜੀ ਹੈ, ਆਪਣੀ ਵਿੱਤੀ ਪਹੁੰਚ ਦੇ ਹਿਸਾਬ ਦੇ ਨਾਲ ਲੋਕਾਂ ਦੀ ਮਦਦ ਕੀਤੀ ਹੈ। ਔਰ ਇਹਨਾਂ ਦੇ ਵਿੱਚੋਂ ਇੱਕ ਨਾਮ ਹੈ ਸੋਨੂ ਸੂਦ। ਇਸ ਮੁੰਡੇ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਬਾਹ ਫੜੀ, ਜਿਸ ਤਰੀਕੇ ਦੇ ਨਾਲ ਮਜ਼ਦੂਰਾਂ ਦੀ ਗੱਲ ਸੁਣੀ, ਜਿਸ ਤਰੀਕੇ ਦੇ ਨਾਲ ਇਹ ਅੱਗੇ ਹੋ ਕੇ ਇਹਨੇ ਹਰੇਕ ਦੀ ਮਦਦ ਕੀਤੀ, ਉਹ ਵਾਕਈ ਕਾਬਿਲੇ ਤਾਰੀਫ ਹੈ। ਕੋਈ ਸ਼ਬਦ ਹੀ ਹੈ ਨਹੀਂ, ਬੰਦਾ ਨਿਸ਼ਬਦ ਹੋ ਜਾਂਦਾ ਜਦੋਂ ਸੋਨੂ ਸੂਦ ਦੀ ਗੱਲ ਕਰਦਾ। ਤੁਹਾਨੂੰ ਚੇਤੇ ਹੋਣਾ ਪਿੱਛੇ ਜੇ ਇੱਕ ਦੋ ਨੇਤਾਵਾਂ ਨੇ ਇਹ ਵੀ ਗੱਲ ਕਹਿਤੀ ਸੀ ਕਿ ਸੋਨੂ ਸੂਦ ਤੋਂ ਰਾਜਨੀਤੀ ਕਰ ਰਹਾ ਹੈ, ਤੇ ਮੈਂ ਉਸ ਦਿਨ ਬੜਾ ਸੋਚਿਆ, ਮੈਂ ਕਿਹਾ ਵੀ ਤੁਸੀਂ ਵੀ ਕਰ ਲਓ ਜੀ, ਤੁਸੀਂ ਕਿਉਂ ਨਹੀਂ ਇਹਦੇ ਮੂੰਹ ਕਰਦੇ? ਤੁਸੀਂ ਘਰ ਦੇ ਵਿੱਚ ਬੈਠੇ ਜਬਲੀਆਂ ਮਾਰੀ ਜਾਂਦੇ ਆ, ਜਾਓ ਲੋਕਾਂ ਦੇ ਵਿੱਚ, ਉਵੇਂ ਪ੍ਰਵਾਸੀ ਮਜ਼ਦੂਰਾਂ ਨੂੰ, ਲੋੜਵੰਦਾਂ ਨੂੰ ਸਹੂਲਤਾਂ ਮੁਹੱਈਆ ਕਰਵਾਓ ਜਿਵੇਂ ਕਿ ਸੋਨੂ ਸੂਦ ਤੇ ਉਹਦੀ ਟੀਮ ਮੁਹੱਈਆ ਕਰਵਾਉਂਦੀ ਆ, ਜਿਵੇਂ ਖਾਲਸਾ ਏਡ ਦੇ ਜਿਹੜੇ ਕਾਰਕੁਨ ਆ ਉਹ ਸਾਰਾ ਕੁਝ ਮੁਹੱਈਆ ਕਰਵਾਉਂਦੇ ਆ, ਜਿਵੇਂ ਬਾਕੀ ਵੱਖ-ਵੱਖ ਜਥੇਬੰਦੀਆਂ ਦੇ ਲੋਕ ਆ ਜਿਹੜੇ ਇਸ ਵਕਤ ਲੋਕਾਂ ਦੀ ਮਦਦ ਦੇ ਵਿੱਚ ਜੁਟੇ ਹੋਏ ਆ। ਪਰ ਸੋਨੂ ਸੂਦ ਨੇ ਨਾ ਹੁਣ ਇੱਕ ਬਿਆਨ ਦਿੱਤਾ, ਉਹ ਬਿਆਨ ਪੜ੍ਹ ਕੇ ਸੁਣ ਕੇ ਮੇਰਾ ਖਿਆਲ ਆ ਵੀ ਸਾਡੇ ਦਰਸ਼ਕ ਵੀ ਭਾਵੁਕ ਹੋ ਜਾਣਗੇ, ਤੁਸੀਂ ਵੀ ਭਾਵੁਕ ਹੋ ਜਾਣਾ। ਕੋਈ ਬੰਦਾ ਇਹ ਨਹੀਂ ਚਾਹੁੰਦਾ ਇਸ ਧਰਤੀ ਦੇ ਉੱਤੇ ਕਿ ਮੇਰੇ ਮਾਪੇ ਜਹਾਨੋਂ ਕੂਚ ਕਰ ਜਾਣ, ਕੋਈ ਨਹੀਂ ਚਾਹੁੰਦਾ ਮੇਰੇ ਮਾਂ-ਬਾਪ ਦਾ ਵਾਲ ਵੀ ਵਿੰਗਾ ਹੋਵੇ, ਕੋਈ ਚਾਹੁੰਦਾ ਮੇਰੀ ਮਾਂ ਮਰ ਜੇ, ਕੋਈ ਚਾਹੁੰਦਾ ਮੇਰਾ ਪਿਓ ਮੁੱਕ ਜੇ। ਜਿਨ੍ਹਾਂ ਦੇ ਮਾਪੇ ਨਹੀਂ ਆ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਕਦੇ ਸੁੱਕਦੇ ਨਹੀਂ, ਕਦੇ ਮੁੱਕਦੇ ਨਹੀਂ। ਪਰ ਸੋਨੂ ਨੇ ਇਹ ਗੱਲ ਕਹੀ ਹੈ ਕਿ ਸ਼ੁਕਰ ਹੈ ਮੇਰੇ ਮਾਪੇ ਵੇਲੇ ਸਿਰ ਦੁਨੀਆ ਤੋਂ ਚਲੇ ਗਏ। ਜੇਕਰ ਉਹ ਅੱਜ ਜਿਉਂਦੇ ਹੁੰਦੇ ਤਾਂ ਜਿਵੇਂ ਭਾਰਤ ਦੇ ਵਿੱਚ ਬੈੱਡਾਂ ਦੀ ਘਾਟ ਆ, ਜਿਵੇਂ ਆਕਸੀਜਨ ਦੀ ਘਾਟ ਆ, ਜਿਵੇਂ ਵੈਂਟੀਲੇਟਰਾਂ ਦੀ ਘਾਟ ਆ, ਜਿਵੇਂ ਬਾਕੀ ਸਹੂਲਤਾਂ ਦੀ ਘਾਟ ਆ, ਹੋ ਸਕਦਾ ਮੈਂ ਆਪਣਾ ਪੁੱਤ ਹੋਣ ਵਾਲਾ ਫਰਜ਼ ਪੂਰਾ ਨਾ ਕਰ ਸਕਦਾ। ਹੋ ਸਕਦਾ ਮੇਰੇ ਮਾਪੇ ਵੀ ਉਵੇਂ ਤੁਰ ਜਾਂਦੇ ਜਿਵੇਂ ਕਿ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਤੁਰ ਗਏ ਆ। ਇਸ ਕਰਕੇ ਸ਼ੁਕਰ ਆ ਮੇਰੇ ਮਾਪੇ ਆਹ ਵੇਲਾ ਵੇਖਣ ਤੋਂ ਪਹਿਲਾਂ ਹੀ ਮੁੱਕ ਗਏ, ਇਸ ਜਹਾਨੋਂ ਤੁਰ ਗਏ। ਕੀ ਕਹੋਗੇ ਇਹਨਾਂ ਗੱਲਾਂ? ਹੁਣ ਕੱਲ ਨੂੰ ਕੋਈ ਉੱਠ ਕੇ ਝੋਲੀ ਚੱਕ ਜਾਏ, ਗੱਲ ਕਹਿ ਦੇਵੇ ਕਿ ਸੋਨੂ ਸੂਦ ਤਾਂ ਕਿਸੇ ਦੇ ਇਸ਼ਾਰੇ ਦੇ ਉੱਤੇ ਗੱਲਾਂ ਕਰ ਰਿਹਾ, ਇਹ ਤਾਂ ਸਾਡੀ ਸਰਕਾਰ ਨੂੰ ਬਦਨਾਮ ਕਰਨ ਦੀ ਗੱਲ ਕਰ ਰਿਹਾ, ਇਹਦਾ ਮਤਲਬ ਇਹੀ ਆ ਵੀ ਉਹਨੇ ਸਿਰ ਦੇ ਵਿੱਚ ਗੋਹਾ ਭਰਿਆ। ਦੇਖੋ ਗੱਲ ਇਹ ਹੈ ਟਾਣਾ ਸਾਹਿਬ, ਇਕੱਲੇ ਸੋਨੂ ਸੂਦ ਦੀ ਗੱਲ ਨਹੀਂ। ਜੇਕਰ ਤੁਸੀਂ ਕਹਿੰਦੇ ਹੋ ਨਾ ਸੋਨੂ ਸੂਦ ਇਕੱਲਾ ਬਦਨਾਮ ਕਰ ਰਿਹਾ ਹੈ, ਤਾਂ ਥੋੜਾ ਜਿਹਾ ਅੱਖਾਂ ਖੋਲਣ ਦੀ ਲੋੜ ਆ ਉਹਨਾਂ ਝੋਲੀ ਚੱਕਾਂ ਨੂੰ ਕਿ ਇਸ ਵੇਲੇ ਪੂਰੀ ਦੁਨੀਆ ਕੀ ਕੁਝ ਕਹਿ ਰਹੀ ਹੈ, ਇਸ ਵੇਲੇ ਇੰਟਰਨੈਟ ਕੀ ਕੁਝ ਕਹਿ ਰਿਹਾ, ਸੋਸ਼ਲ ਮੀਡੀਆ ਤੇ ਲੋਕ ਕੀ ਗੱਲਾਂ ਕਰ ਰਹੇ ਨੇ, ਲੋਕ ਸ਼ਰੇਆਮ ਤੁਹਾਨੂੰ ਕੀ ਸਵਾਲ ਕਰ ਰਹੇ ਨੇ। ਉਹ ਗੱਲ ਵੱਖਰੀ ਕਿ ਤੁਹਾਡੇ ਕੋਲ ਉਹਨਾਂ ਸਵਾਲਾਂ ਦੇ ਜਵਾਬ ਹੈ ਨਹੀਂ, ਤੇ ਤੁਸੀਂ ਜੋ ਵੀ ਜੀ ਆਉਂਦਾ ਹੈ ਉਹ ਪ੍ਰਮਾਣ ਪੱਤਰ ਜਾਰੀ ਕਰ ਦਿੰਦੇ ਹੋ, ਫਲਾਣਾ ਤਾਂ ਵਿਦੇਸ਼ੀ ਫੰਡਿੰਗ ਤੇ ਪਲਦਾ, ਫਲਾਣਾ ਤਾਂ ਅੱਤਵਾਦੀ ਹੈ, ਫਲਾਣਾ ਤਾਂ ਮਾਓਵਾਦੀ ਹੈ, ਤੁਸੀਂ ਜੋ ਮਰਜ਼ੀ ਕਹੀ ਜਾਓ, ਹੈ ਨਾ। ਗੱਲ ਇਹ ਹੈ ਕਿ ਇਸ ਵੇਲੇ ਸਥਿਤੀ ਇੰਨੀ ਕੁ ਜ਼ਿਆਦਾ ਤਣਾਅਪੂਰਨ ਬਣੀ ਹੋਈ ਹੈ, ਇੰਨੀ ਕੁ ਜ਼ਿਆਦਾ ਲੋਕ ਦੁਖੀ ਨੇ, ਇੰਨੇ ਕੁ ਜ਼ਿਆਦਾ ਉਹ ਇਸ ਵੇਲੇ ਪਰੇਸ਼ਾਨੀ 'ਚ ਨੇ ਕਿ ਜਿਹਨੂੰ ਸ਼ਬਦਾਂ 'ਚ ਤੁਸੀਂ ਬਿਆਨ ਹੀ ਨਹੀਂ ਕਰ ਸਕਦੇ। ਸੋਨੂ ਸੂਦ ਦੇ ਬਿਆਨ ਨੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ। ਇੱਕ ਉਹਨੇ ਆਪਣੇ ਅੰਦਰਲੀ ਪੀੜ ਜ਼ਾਹਰ ਕੀਤੀ ਆ, ਨਾ ਕਿ ਉਹਨੇ ਕਿਸੇ ਨੂੰ ਬਦਨਾਮ ਕੀਤਾ। ਹੁਣ ਉਹਨੂੰ ਨਾ ਗਦਾਰ ਕਹਿਣ ਲੱਗ ਜਾਓ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਹਾਡਾ ਪਤਾ ਕੋਈ ਨਹੀਂ ਹੁੰਦਾ, ਇਹ ਤਾਂ गद्दार है, ये तो बिक गया है, इसको तो पाकिस्तान की तरफ से इशारा हुआ है, कोई ना कोई छुरली छड्डोगे। मैनू इस गल दी भी आस आ, जेकर सोनू सूद गद्दार है ना ते ओह जे गद्दार तुसी भी बन जाओ। घर घर दे विच पैदा होने चाहिए ओह जे गद्दार। आपां इह गल कहने आ भी सोनू सूद तां बहुत अच्छा काम कर रहा, पर बेनती इह आ भी आपां सिर्फ सिफतां ना करिए। पिछले दिनी गाजियाबाद तो खबर आई हरमन जी, ओहदे विच सोनू सूद दी फोटो दे उत्ते कुछ लोग दुੱਧ चढ़ा रहे आ। मैनू इस गल दे उत्ते भी बड़ा दुख होया। सोनू सूद दा सत्कार करो मन दे विच, तुसी भी कुछ ना कुछ ਉਹਨੂੰ ਦੇਖ ਕੇ ਅੱਗੇ ਮਦਦ ਕਰੋ, ਲੋਕ ਤੁਹਾਡੀ ਵੀ ਕਦਰ ਕਰਨ। ਆਪਾਂ ਇਹ ਕਿਉਂ ਕਹਿੰਦੇ ਵੀ ਉਹ ਬਹੁਤ ਕਮਾਲ ਕਰ ਜਾਣਾ, ਸਾਨੂੰ ਕੀ ਬਿਮਾਰੀ ਪਈ ਆ, ਅਸੀਂ ਕਿਉਂ ਨਹੀਂ ਕਰਦੇਗੇ? ਅਸੀਂ ਆਪ ਵੀ ਕੰਮ ਕਰੀਏ, ਲੋਕਾਂ ਦੇ ਲਈ ਮਾੜਾ ਮੋਟਾ ਜਿਉਣਾ ਸ਼ੁਰੂ ਕਰੀਏ। ਉਹਨੇ ਵੱਡੇ ਪੱਧਰ ਤੇ ਕੰਮ ਕੀਤਾ, ਆਪਾਂ ਪਿੰਡ ਪੱਧਰ ਤੇ ਕਰ ਲਈਏ, ਆਪਾਂ ਗਲੀ ਮੁਹੱਲੇ ਪੱਧਰ ਤੇ ਕਰ ਲਈਏ, ਪਰ ਆਪਾਂ ਦੁੱਧ ਉਹਦੀ ਫੋਟੋ ਤੇ ਚੜਾ ਰਹੇ ਆ। ਸੋ ਦੁੱਧ ਵੀ ਨਾ ਖਰਾਬ ਕਰੋ ਤੇ ਇਹ ਇੱਕ ਪਖੰਡ ਜਾ ਵੀ ਨਾ ਕਰੋ। ਨਾਲੇ ਜੇ ਤੁਸੀਂ ਕਿਸੇ ਦੀ ਇੱਜ਼ਤ ਕਰਨੀ ਹੋਈ ਆ ਤਾਂ ਤਸਵੀਰ ਤੇ ਦੁੱਧ ਚੜਾਉਣ ਨਾਲੋਂ ਉਹਦਾ ਨਾਂ ਲੈ ਕੇ ਤੁਸੀਂ ਦਾਨ ਕਰ ਦਿਓ। ਤੁਸੀਂ ਕਹੋ ਜੀ ਅਸੀਂ ਸੋਨੂ ਸੂਦ ਨੂੰ ਕਰਦੇ ਆ, ਵੇਖਿਆ ਸੀ, ਅਸੀਂ ਇਹ ਸਿੱਖਿਆ ਕਿ ਸਾਨੂੰ ਵੀ ਮਦਦ ਕਰਨੀ ਚਾਹੀਦੀ ਹੈ, ਕਿਸੇ ਗਰੀਬ ਨੂੰ ਦੁੱਧ ਪਿਆ ਦਿਓ। ਤੁਹਾਨੂੰ ਪਤਾ ਹੋਣਾ ਵੀ ਫਲਾਣਿਆਂ ਦੇ ਘਰੇ ਦੁੱਧ ਹੈ ਨਹੀਂਗਾ, ਫਲਾਣਿਆਂ ਦੇ ਘਰੇ ਆਮਦਨ ਦਾ ਕੋਈ ਵਸੀਲਾ ਹੈ ਨਹੀਂਗਾ, ਜਾਓ 5 ਲੀਟਰ ਦੁੱਧ ਲੈ ਕੇ ਦੇ ਆਓ। ਸਮਝ ਲਓ ਵੀ ਅਸੀਂ ਕਿਸੇ ਦੇਵੀ ਦੇਵਤੇ ਦੀ ਮੂਰਤੀ ਤੇ ਚੜਾਤਾ,
ਸਮਝ ਲਓ ਵੀ ਅਸੀਂ ਸੋਨੂ ਸੂਦ ਦੀ ਫੋਟੋ ਤੇ ਚੜਾਤਾ, ਸਮਝ ਲਓ ਵੀ ਭਾਈ ਅਸੀਂ ਆਪਦਾ ਕੰਮ ਕਰ ਲਿਆ। ਜੀ ਬਿਲਕੁਲ ਸਹੀ ਹੈ, ਪਰ ਲੋਕ ਜਿਹੜੇ ਨੇ ਉਹ ਸਿਰਫ ਤੇ ਸਿਰਫ ਸਵਾਲ ਕਰਨੇ ਜਾਣਦੇ ਨੇ, ਬਹੁਤੀ ਗਿਣਤੀ ਦੇ ਵਿੱਚ, ਹਰ ਕੋਈ ਇੱਕੋ ਜਿਹਾ ਨਹੀਂ। ਮਤਲਬ ਬਹੁਤ ਘੱਟ ਲੋਕ ਇਹੋ ਜਿਹੇ ਹੋਣਗੇ ਜਿਹੜੇ ਵਾਕਈ ਇਹਨਾਂ ਉਦਾਹਰਨਾਂ ਤੋਂ ਕੁਝ ਸਿੱਖਦੇ ਨੇ ਤੇ ਵਾਕਈ ਕੁਝ ਕਰਕੇ ਵੀ ਦਿਖਾਉਂਦੇ ਨੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਇੱਕ ਹੋਰ ਬਹੁਤ ਸੋਹਣੀ ਉਦਾਹਰਨ ਸਾਹਮਣੇ ਆਈ ਹੈ। ਮਨ ਦੇ ਵਿੱਚ ਹਮੇਸ਼ਾ ਇਹ ਖਿਆਲ ਆਉਂਦੇ ਆ ਵੀ ਨਾ ਪੱਖੀ ਖਬਰਾਂ ਭਾਰਤ ਦੇ ਵਿੱਚੋਂ ਇਹੋ ਜੀਆਂ ਆਉਂਦੀਆਂ ਜਿਨ੍ਹਾਂ ਨੂੰ ਸਾਂਝੀਆਂ ਕਰ ਕਦੇ ਆਪਦਾ ਦਿਮਾਗ ਜਾ ਖਰਾਬ ਹੋਣ ਲੱਗ ਜਾਂਦਾ ਤੇ ਸੁਣਨ ਵਾਲਿਆਂ ਦੇ ਮਾਨਸਿਕਤਾ ਦੇ ਉੱਤੇ ਕੀ ਅਸਰ ਪੈਂਦਾ ਹੋਊਗਾ। ਪਰ ਕਦੇ ਕਦਾਈ ਐ ਚਾਨਣ ਦੀ ਲਕੀਰ ਵੀ ਆਉਂਦੀ ਆ ਹਨੇਰੇ ਦੇ ਵਿੱਚ, ਵਾਕਈ ਕਦੇ ਛੋਟਾ ਜਿਹਾ ਦੀਵਾ ਵੀ ਜਗਦਾ ਦਿਸਦਾ ਹਨੇਰੇ ਦੇ ਵਿੱਚ। ਕਦੇ ਇਉਂ ਲੱਗਦਾ ਵੀ ਇਹ ਜਿਹੜੇ ਨਾ ਸੰਕਟ ਦੇ ਬੱਦਲ ਆ ਇਹ ਛੱਟ ਜਾਣੇ ਆ, ਜੋ ਇਸ ਵਕਤ ਆਪਾ ਧਾਪੀ ਪਈ ਆ ਕੁਝ ਕੁ ਚੰਗੇ ਲੋਕਾਂ ਦੇ ਕਰਕੇ ਇਹ ਛੱਟ ਜਾਊਗੀ, ਖਤਮ ਹੋ ਜਾਊਗੀ। ਜੀ ਦੇਖੋ ਕੁਝ ਕੁ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਂ ਦੇ ਨਾਲ ਜੇਕਰ ਬਾਬਾ ਲੱਗ ਜੇ ਨਾ ਤਾਂ ਤੰਗੀ ਜੀ ਹੁੰਦੀ ਆ ਵੀ ਇਹ ਬਾਬਾ ਕਹਾਉਣ ਦੇ ਲਾਇਕ ਨਹੀਂ, ਪਰ ਕੁਝ ਇੱਕ ਲੋਕ ਵਾਕਈ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਨਾਂ ਦੇ ਨਾਲ ਜੇਕਰ ਸੰਤ ਲੱਗਿਆ ਹੈ ਤਾਂ ਉਹ ਵਾਕਈ ਸੰਤ ਬਣ ਕੇ ਵੀ ਦਿਖਾਉਂਦੇ ਨੇ। ਜੇਕਰ ਮੈਂ ਗੱਲ ਕਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ, ਅੱਜ ਤੱਕ ਜਿੰਨਾ ਕੰਮ ਉਹਨਾਂ ਨੇ ਕੀਤਾ ਸਾਰੀ ਦੁਨੀਆ ਦੇ ਸਾਹਮਣੇ ਹੈ। ਜੋ ਕੁਝ ਵਾਤਾਵਰਣ ਨੂੰ ਬਚਾਉਣ ਦੇ ਲਈ ਉਹ ਕਰਦੇ ਰਹੇ ਨੇ, ਉਹੋ ਜਿਹੀ ਉਦਾਹਰਨ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਬਿਲਕੁਲ ਜੀ, ਤੇ ਇਹੋ ਜੀ ਬਾਬਾਗਿਰੀ ਦੀ ਸਾਨੂੰ ਲੋੜ ਵੀ ਆ। ਬਿਲਕੁਲ ਸਹੀ। ਇਹੋ ਜਿਹੇ ਬਾਬਿਆਂ ਦੀ ਅੱਜ ਦੀ ਤਰੀਕ ਦੇ ਵਿੱਚ ਜ਼ਰੂਰਤ ਵੀ ਆ। ਇਉਂ ਤਾਂ ਨਿਰਮਲ ਵੀ ਬਾਬਾ, ਪਰ ਉਹ ਲੋਕਾਂ ਨੂੰ ਕਹਿੰਦਾ ਗੋਲ ਗੱਪੇ ਐ ਖਾਓ, ਚਟਣੀ ਐ ਖਾ ਲਓ, ਜਲੇਬੀ ਖਾਈ ਨਹੀਂ, ਕਿਰਪਾ ਯਹਾਂ ਰੁਕੀ ਹੈ। ਕਹਿੰਦੇ ਵੀ ਇੱਕ ਵਾਰੀ ਉਹਦੇ ਕੋਲ ਇੱਕ ਬੰਦਾ ਗਿਆ, ਕਹਿੰਦਾ ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ। ਅੱਛਾ ਜੀ। ਉਹ ਕਹਿੰਦਾ ਜੇਬ ਦੇ ਵਿੱਚ ਫੋਟੋ ਕਿਹਦੀ ਰੱਖਦਾ? ਕਹਿੰਦਾ ਜੀ ਮੈਂ ਪ੍ਰਧਾਨ ਮੰਤਰੀ ਦੀ ਰੱਖਦਾ। ਕਹਿੰਦਾ ਕਿਰਪਾ ਇੱਥੇ ਰੁਕੀ ਵੀ ਆ। ਕਹਿੰਦਾ ਵੀ ਤੂੰ ਇੱਕ ਸੂਬੇ ਦੇ ਮੁੱਖ ਮੰਤਰੀ ਦੀ ਰੱਖਿਆ ਕਰ, ਗੁਆਂਢੀ ਦੇਸ਼ਾਂ ਦੇ ਲੋਕ ਵੀ ਆਇਆ ਕਰਨਗੇ, ਉਥੋਂ ਦੀਆਂ ਬੀਬੀਆਂ ਵੀ ਵਿਆਹ ਕਰਾਉਣ ਵਾਸਤੇ ਆਇਆ ਕਰਨਗੀਆਂ। ਜੀ ਕਿਰਪਾ ਉੱਥੇ ਰੁਕੀ ਹੋਈ ਸੀ। ਸੋ ਖੈਰ ਮੈਂ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਗੱਲ ਕਰ ਰਹੀ ਸੀ। ਇਸ ਵੇਲੇ ਟਾਣਾ ਸਾਹਿਬ ਉਹਨਾਂ ਨੇ ਕਿਹੋ ਜਿਹਾ ਫੈਸਲਾ ਲਿਆ ਜਿਹਦੇ ਕਰਕੇ ਵਾਕਈ ਮਨ 'ਚ ਸਤਿਕਾਰ ਹੋਰ ਜ਼ਿਆਦਾ ਵੱਧ ਗਿਆ ਉਹਨਾਂ ਦੇ ਪ੍ਰਤੀ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਸੋਨਾ ਜਿਹੜਾ ਹੈ ਉਹ ਚੜਾਇਆ ਸੀ, ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕੀਤੀ ਸੀ। ਕਹਿੰਦੇ ਕਿ ਇਸ ਵੇਲੇ ਜੋ ਮੁਲਕ ਦੇ ਹਾਲਾਤ ਬਣੇ ਹੋਏ ਨੇ, ਜੋ ਸੂਬੇ ਦੇ ਹਾਲਾਤ ਬਣੇ ਹੋਏ ਨੇ, ਉਹਦੇ ਲਈ ਮੈਨੂੰ ਇਹ ਲੱਗਦਾ ਕਿ ਉਹ ਜਿਹੜਾ ਸੋਨਾ ਹੈ ਉਹ ਹੁਣ ਵਰਤਣ ਦਾ ਵੇਲਾ ਆ ਗਿਆ। ਉਹ ਸੋਨੇ ਨੂੰ ਵੇਚ ਕੇ ਹੁਣ ਐਂਬੂਲੈਂਸਾਂ ਖਰੀਦ ਰਹੇ ਨੇ। ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਗੁਰਦੁਆਰੇ ਦੇ ਵਿੱਚ ਉਹ ਸੇਵਾ ਕਰਦੇ ਨੇ ਉਹਦੇ ਵਿੱਚ ਸੰਗਤ ਨੇ ਸਮੇਂ-ਸਮੇਂ ਦੇ ਉੱਤੇ ਘੱਟ ਜਾਂ ਵੱਧ ਸੋਨਾ ਚੜਾਇਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਉਸ ਜਮ੍ਹਾਂ ਹੋਏ ਸੋਨੇ ਨੂੰ, ਦਾਨ ਦੇ ਵਿੱਚ ਚੜਾਏ ਹੋਏ ਸੋਨੇ ਨੂੰ ਵੇਚ ਕੇ ਐਂਬੂਲੈਂਸਾਂ ਲਵਾਂਗੇ। ਕੁਝ ਐਂਬੂਲੈਂਸਾਂ ਲੈ ਵੀ ਲਈਆਂ, ਕੁਝ ਕੁ ਹੋਰ ਲੈਣ ਦੀ ਜ਼ਰੂਰਤ ਆ, ਕਿਉਂਕਿ ਇਸ ਵਕਤ ਧਾਰਮਿਕ ਅਦਾਰਿਆਂ ਦੇ ਵਿੱਚ ਬਹੁਤ ਸਾਰਾ ਸੋਨਾ ਹੈਗਾ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸੋਨਾ ਲੱਗਾ ਵੀ ਹੈਗਾ। ਪਰ ਇਸ ਵਕਤ ਉਹਨਾਂ ਨੇ ਕਿਹਾ ਜੀ ਕਿ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਜਿਹੜੀਆਂ ਉਹ ਜ਼ਿੰਦਗੀ ਬਚਾਉਣ ਨੂੰ ਲੈ ਕੇ ਰੋਟੀ ਤੱਕ ਆ, ਉਸ ਤੋਂ ਬਾਅਦ ਅਗਲੀਆਂ ਗੱਲਾਂ ਹੈਗੀਆਂ। ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਸਾਡੇ ਕੋਲੇ ਸੋਨਾ ਆਇਆ ਉਹਦੇ ਨਾਲ ਅਸੀਂ ਐਂਬੂਲੈਂਸਾਂ ਤੇ ਹੋਰ ਸਿਹਤ ਨੂੰ ਬਚਾਉਣ ਦੇ ਲਈ ਸਮਾਨ ਲਵਾਂਗੇ। ਸੋ ਭਾਰਤ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕਿ ਇਹੋ ਜਿਹੇ ਧਾਰਮਿਕ ਥਾਂ, ਭਾਵੇਂ ਮੰਦਰਾਂ ਦੀ ਗੱਲ ਕਰ ਲਓ, ਕੁਝ ਗੁਰਦੁਆਰਿਆਂ ਦੀ ਗੱਲ ਵੀ ਕਰ ਲਓ, ਕਈ ਹੋਰ ਡੇਰੇ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਟਨਾਂ ਦੇ ਹਿਸਾਬ ਦੇ ਨਾਲ ਸੋਨਾ ਹੈਗਾ, ਜਿਨ੍ਹਾਂ ਦੇ ਵਿੱਚ ਮੇਰੇ ਖਿਆਲ ਵੀ ਕਈ ਮਣਾਂ ਦੇ ਹਿਸਾਬ ਦੇ ਨਾਲ ਸੋਨਾ ਹੈਗਾ। ਤੇ ਪਰ ਉਹਨਾਂ ਦੇ ਵੱਲੋਂ ਤਾਂ ਕਦੇ ਇਹੋ ਜਿਹੀ ਪਹਿਲ ਕਦਮੀ ਕੀਤੀ ਨਹੀਂ ਗਈ। ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਬੰਦੇ ਤੋਂ ਸਰਵੋਤਮ ਕੁਝ ਨਹੀਂ, ਜ਼ਿੰਦਗੀ ਤੋਂ ਵੱਡਾ ਕੁਝ ਵੀ ਨਹੀਂ। ਧਰਮ ਸਾਨੂੰ ਮਨੁੱਖਤਾ ਨੂੰ ਬਚਾਉਣ ਦੀ ਜਿਹੜੀ ਤਰੀਕਾ ਸਿਖਾਉਂਦਾ, ਫਲਸਫਾ ਸਿਖਾਉਂਦਾ, ਧਰਮ ਮਨੁੱਖਤਾ ਦੀ ਸੇਵਾ ਬਾਰੇ ਦੱਸਦਾ। ਕਈ ਲੋਕਾਂ ਨੂੰ ਇਸ ਗੱਲ ਦੇ ਉੱਤੇ ਬੜੀ ਸਮੱਸਿਆ ਹੁੰਦੀ ਆ, ਸਾਡੇ ਧਰਮ ਬਾਰੇ ਐਂ ਕਿਉਂ ਕਹਤਾ, ਸਾਡਾ ਧਰਮ ਐ ਆ, ਅਸੀਂ ਤਾਂ ਸੋਨਾ ਲਾਵਾਂਗੇ। ਮਨੁੱਖ ਹੈ ਤਾਂ ਧਰਮ ਹੈ, ਜੇਕਰ ਮਨੁੱਖ ਨਾ ਰਿਹਾ ਤੇ ਕੁਝ ਵੀ ਨਹੀਂ ਰਹੇਗਾ। ਬਹੁਤ ਸਾਰੇ ਧਾਰਮਿਕ ਅਦਾਰੇ ਜਿਹੜੇ ਨੇ, ਬਹੁਤ ਸਾਰੀਆਂ ਧਾਰਮਿਕ ਥਾਵਾਂ ਤੋਂ ਆਪਾਂ ਖਬਰਾਂ ਸੁਣਦੇ ਆ ਕਿ ਉਹਨਾਂ ਨੇ ਬਹੁਤ ਕੁਝ ਕੀਤਾ ਮਨੁੱਖਤਾ ਨੂੰ ਬਚਾਉਣ ਦੇ ਲਈ। ਆਕਸੀਜਨ ਦੇ ਲੰਗਰ ਲਾਏ ਆ, ਪ੍ਰਸ਼ਾਦਾ ਪਾਣੀ ਛਕਾਇਆ, ਉਹਨਾਂ ਸਾਰੇ ਹੀ ਅਦਾਰਿਆਂ ਨੂੰ, ਉਹਨਾਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਲਾਮ ਕਰਦੇ ਸੀ। ਬਿਲਕੁਲ ਸਹੀ। ਪਰ ਇਹਦੇ ਨਾਲ ਹੀ ਇੱਕ ਹੋਰ ਚੀਜ਼ ਵੀ ਹੈ ਕਿ ਜੇ ਬਾਕੀ ਸਾਰੇ ਧਾਰਮਿਕ ਥਾਵਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਤਾਂ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਧਾਰਮਿਕ ਥਾਵਾਂ ਨੇ, ਹਰ ਪਾਸੇ ਇਹ ਖਬਰ ਮੇਰਾ ਇੱਕ ਦੋਸਤ ਆ ਮਾਲਵੇ ਦੇ ਵਿੱਚ, ਉਹ ਕਹਿੰਦਾ ਜੀ ਕਿ ਸਾਡੇ ਪਿੰਡ ਦੇ ਵਿੱਚ ਨਾ, ਕੱਲ ਉਹਨੇ ਮੈਨੂੰ ਫੋਨ ਕੀਤਾ, ਕਹਿੰਦਾ 35 ਮਰੀਜ਼ ਆ ਗਏ ਆ ਕਰੋਨਾ ਦੇ। ਤੇ ਮੈਂ ਕਿਹਾ ਵੀ ਤੁਹਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਹੈ ਨਹੀਂ, ਹਸਪਤਾਲ ਹੈ ਨਹੀਂ? ਕਹਿੰਦਾ ਨਾ ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਆ, ਨਾ 20 ਪਿੰਡ ਛੱਡ ਕੇ ਵੀ ਅੱਗੇ ਜਾਈਏ ਉੱਥੇ ਡਿਸਪੈਂਸਰੀ ਆ। ਅਸੀਂ ਸ਼ਹਿਰ ਦੇ ਵਿੱਚ ਜਾਵਾਂਗੇ ਤਾਂ ਜਾ ਕੇ ਆਪਣਾ ਟੈਸਟ ਕਰਾਵਾਂਗੇ, ਵੈਕਸੀਨ ਦੇ ਲਈ ਵੀ ਸਾਨੂੰ ਉੱਥੇ ਜਾਣਾ ਪਊਗਾ। ਮੈਂ ਕਿਹਾ ਵੀ ਤੁਹਾਡੇ ਪਿੰਡ ਦੇ ਵਿੱਚ ਧਾਰਮਿਕ ਥਾਵਾਂ ਕਿੰਨੀਆਂ? ਕਹਿੰਦਾ 11 ਤੋਂ ਵੱਧ ਆ, 12ਵੀਂ ਬਣਨ ਲੱਗੀ ਆ। ਤੇ ਮੈਂ ਕਿਹਾ ਜੇ ਅਸੀਂ ਹੁਣ ਇਸ ਗੱਲ ਤੇ ਟਿੱਪਣੀ ਕਰ ਦਈਏ ਵੀ ਡਿਸਪੈਂਸਰੀ ਇੱਕ ਨਹੀਂ ਗੀ ਤੇ ਧਾਰਮਿਕ ਥਾਵਾਂ ਇੰਨੀਆਂ, ਤਾਂ ਲੋਕਾਂ ਨੇ ਕੋ ਕਹਿਣਾ ਇਹ ਜਿਹੜੀ ਡਿਸਪੈਂਸਰੀ ਆ, ਇਹ ਜਿਹੜੇ ਹਸਪਤਾਲ ਹੈ ਤਾਂ ਸਰਕਾਰਾਂ ਦੇ ਕੰਮ ਆ,
ਤੇ ਫਿਰ ਧਰਮ ਵੀ ਤਾਂ ਆਪਣਾ ਨਿੱਜੀ ਮਸਲਾ ਹੈਗਾ। ਇੱਕ ਧਾਰਮਿਕ ਥਾਂ ਨਾਲ, ਦੋਵਾਂ ਨਾਲ, ਤਿੰਨਾਂ ਦੇ ਨਾਲ ਵੀ ਸਰ ਸਕਦਾ। ਆਪਾਂ 11-11 12-12 15-15 ਬਣਾਈ ਬੈਠੇ ਆ। ਇਦਾਂ ਮਹਾਰਾਜ ਦੀ ਸੋਚ ਦਾ ਪਸਾਰਾ ਨਹੀਂ ਹੁੰਦਾ ਜੀ। ਨਾਲੇ ਗੱਲ ਇਹ ਹੈ ਟੈਣਾ ਸਾਹਿਬ, ਧਾਰਮਿਕ ਥਾਵਾਂ ਬਣਾਉਣ ਦੇ ਨਾਲ ਅਸੀਂ ਧਰਮ ਨੂੰ ਜ਼ਿੰਦਗੀ ਦੇ ਵਿੱਚ ਨਹੀਂ ਉਤਾਰ ਸਕਦੇ। ਧਰਮ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਜੇਕਰ ਅਸੀਂ ਧਰਮ ਦੇ ਉਹ ਸਾਰੇ ਫਲਸਫਿਆਂ ਦੇ ਉੱਪਰ ਸੱਚੇ ਉਤਰਦੇ ਹਾਂ ਜੋ ਗੁਰੂ ਸਾਹਿਬਾਨਾਂ ਨੇ, ਦੇਵੀ ਦੇਵਤਿਆਂ ਨੇ ਸਾਨੂੰ ਰਾਹ ਦਿਖਾਇਆ, ਜੇਕਰ ਅਸੀਂ ਵਾਕਈ ਉਸ ਰਾਹ ਦੇ ਉੱਪਰ ਤੁਰਦੇ ਹਾਂ ਤਾਂ ਅਸੀਂ ਅਸਲ 'ਚ ਧਾਰਮਿਕ ਹਾਂ। ਥਾਵਾਂ ਬਣਾਉਣ ਨਾਲ ਅਸੀਂ ਧਾਰਮਿਕ ਨਹੀਂ ਬਣ ਸਕਦੇ। ਸਾਨੂੰ ਇਸ ਵੇਲੇ ਮਨੁੱਖਤਾ ਦੀ ਕਦਰ ਕਰਨੀ ਚਾਹੀਦੀ ਹੈ। ਹਰ ਧਰਮ ਇਹੀ ਸਿਖਾਉਂਦਾ ਹੈ। ਸਾਨੂੰ ਇਸ ਵੇਲੇ ਸੱਚ ਬੋਲਣਾ ਚਾਹੀਦਾ। ਹਰ ਧਰਮ ਇਹੀ ਸਿਖਾਉਂਦਾ ਹੈ। ਠੱਗੀ ਠੋਰੀ ਤੋਂ ਦੂਰ ਰਹਿਣਾ ਚਾਹੀਦਾ। ਹਰ ਧਰਮ ਇਹੀ ਸਿਖਾਉਂਦਾ ਹੈ। ਅਸੀਂ ਕਿੰਨਾ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਲਿਆ, ਸਭ ਤੋਂ ਵੱਡਾ ਸਵਾਲ ਇਹ ਹੈ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਕੁਝ ਇੱਕ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਜੋ ਮਰਜ਼ੀ ਕਹਿ ਲਓ ਉਹ ਨਹੀਂ ਟਲਦੇ। ਅੱਛਾ। ਹਾਂ, ਕਦੇ ਵੀ ਨਹੀਂ। ਚਾਹੇ ਉਹ ਫਿਰ ਮਤਲਬ ਕੁਝ ਵੀ ਹਾਲਾਤ ਹੋ ਜਾਣ, ਚਾਹੇ ਉਹਨਾਂ ਦੇ ਲਈ ਕੋਈ ਵੀ ਗੱਲ ਕਹਿ ਦਿਓ, ਉਹਨਾਂ ਨੇ ਨਹੀਂ ਟਲਣਾ ਹੁੰਦਾ। ਕੋਈ ਨਾ ਕੋਈ ਸ਼ੁਰਲੀ ਛੱਡਣੀ ਹੁੰਦੀ ਹੈ। ਕੀ ਹੋ ਗਿਆ? ਮਤਲਬ ਤੁਹਾਨੂੰ ਸ਼ੁਰਲੀ ਤੋਂ ਵੀ ਨਹੀਂ ਚੇਤਾ ਹੈ ਮੈਂ ਕਿਹਦੀ ਗੱਲ ਕਰ ਰਹੀ ਹੋਊਂਗੀ? ਕੰਗਣਾ ਦੀ ਗੱਲ ਤਾਂ ਨਹੀਂ ਕਰਦੇ? ਨਾ 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 ਨਾ। ਰਾਮਦੇਵ ਦੀ? ਹਾਂ, ਰਾਮਦੇਵ ਦੀ ਜਦੋਂ ਵੀ ਗੱਲ ਛਿੜਦੀ ਆ ਨਾ, ਮੈਨੂੰ ਕਮਲ ਹੀਰ ਦਾ ਇੱਕ ਸ਼ੇਅਰ ਚੇਤੇ ਆ ਜਾਂਦਾ ਕਿ ਰਾਮਦੇਵ ਤੇ ਅੰਨਾ ਹਜ਼ਾਰੇ ਦੁਨੀਆ ਦੇ ਦੋ ਕਮਲ ਪਿਆਰੇ। ਆਏ ਹਾਏ। ਲੋੜ ਪਈ ਤਾਂ ਅੰਨਾ ਹਜ਼ਾਰੇ ਸ਼ੇਰ ਵਾਂਗਰਾ ਗੱਜ ਪਿਆ ਤੇ ਵੱਡਾ ਬ੍ਰਹਮਚਾਰੀ ਕੁੜੀਆਂ ਵਾਲੇ ਲੀੜੇ ਪਾ ਕੇ ਭੱਜ ਪਿਆ। ਅੱਛਾ, ਚੇਤੇ ਆ ਹਲੇ ਲੋਕਾਂ ਨੂੰ? ਹਾਂ। ਜਦੋਂ ਸੁੱਥਣ ਪਾ ਕੇ ਉਹਨੇ ਜਿੰਦਾ ਤੇ ਮੁਰਦਾ ਡਾਂਸ ਕੀਤਾ ਸੀ ਨਾ, ਉੜਦੀ ਧੂੜ ਦੇ ਸੇ ਬੋਤਾ ਯਾਰ ਦਾ ਨਜ਼ਰ ਨਹੀਂ ਸੀ ਆਉਂਦਾ, ਖਾਲੀ ਘੋੜੀ ਹਿਣਕਦੀ। ਹਾਂ, ਉਦੋਂ ਬਸ ਲੋਕਾਂ ਨੂੰ ਪਤਾ ਲੱਗਿਆ ਵੀ ਭਾਈ ਇਹ ਕਿੰਨੇ ਜਜ਼ਬੇ ਵਾਲੇ ਲੋਕ ਆ। ਜੀ ਬਿਲਕੁਲ ਸਹੀ ਗੱਲ ਹੈ। ਪਰ ਉਹ ਸ਼ੁਰਲੀ ਛੱਡਣ ਤੋਂ ਬਾਜ਼ ਨਹੀਂ ਆ ਰਹੇ। ਹਾਲੇ ਕੱਲ ਹੀ ਆਪਾਂ ਗੱਲ ਕੀਤੀ ਸੀ ਕਿ ਡਾਕਟਰਾਂ ਦੇ ਉੱਪਰ, ਐਲੋਪੈਥੀ ਦੇ ਉੱਪਰ ਬਹੁਤ ਵੱਡੀ ਟਿੱਪਣੀ ਕੀਤੀ। ਉਸ ਤੋਂ ਬਾਅਦ ਹਾਲੇ ਵੀ ਨਹੀਂ ਟਲੇ। ਅੱਗੇ 25 ਸਵਾਲਾਂ ਦੀ ਸੂਚੀ ਜਾਰੀ ਕਰਤੀ। ਕਹਿੰਦੇ ਇਹਦਾ ਜਵਾਬ ਦੇ ਦਿਓ ਮੈਨੂੰ। ਦੇਖੋ, ਇੱਕ ਪਾਸੇ ਤਾਂ ਉਹਨੇ ਮਾਫੀ ਮੰਗ ਲਈ ਵੀ ਐਲੋਪੈਥੀ ਨੇ ਕਈ ਵਧੀਆ ਇਲਾਜ ਵੀ ਕੀਤੇ ਆ, ਜਿਹਦੇ ਵਿੱਚ ਟੀਬੀ ਵੀ ਆ, ਜਿਹਦੇ ਵਿੱਚ ਪੋਲੀਓ ਵੀ ਆ, ਜਿਹਦੇ ਵਿੱਚ ਕਈ ਹੋਰ ਬਿਮਾਰੀਆਂ ਦੇ ਵੀ ਆ। ਫਿਰ ਉਹ ਕਹਿੰਦਾ ਜੀ ਕਿ ਅਗਰ ਮੇਰੇ ਬਿਆਨ ਸੇ किसी का मन दुखी हुआ तो मैं माफी मांगता हूं। पर नाल दी नाल 25 सवालों की एक सूची जारी करती फार्मा कंपनियां नूं ते इंडियन मैडिकल इंस्टीट्यूट नूं, एसोसीएशन नूं, ते उन्हें ये गल कही है जी कि मैनूं ये दसो भी तुसीं फलानी जिहड़ी लिवर की समस्या ये पक्के तौर पर क्यों नहीं हल कर सके, ਜਿਹੜੀ ਇਸ ਵਕਤ ਸ਼ੂਗਰ ਦੀ ਸਮੱਸਿਆ ਤੁਸੀਂ ਪੱਕੇ ਤੌਰ ਤੇ ਕਿਉਂ ਨਹੀਂ ਹੱਲ ਕਰ ਸਕੇ, ਕੀ ਤੁਹਾਡੇ ਕੋਲ ਇਹੋ ਜਿਹਾ ਕੋਈ ਪ੍ਰਬੰਧ ਹੈ ਵੀ ਪੱਕੇ ਤੌਰ ਦੇ ਉੱਤੇ ਨਸ਼ੇ ਛੁਡਵਾ ਦਿਓ ਕਿਸੇ ਦੇ? ਵਕਤੀ ਤੌਰ ਦੇ ਉੱਤੇ ਬੜਾ ਕੁਝ ਹੁੰਦਾ। ਤੁਸੀਂ ਸਰੀਰ ਦੇ ਵਿੱਚੋਂ ਰੋਗ ਬਿਲਕੁਲ ਖਤਮ ਕਿਉਂ ਨਹੀਂ ਕਰ ਸਕਦੇ? ਤੁਹਾਡੇ ਕੋਲੇ ਕਿਹੜੀ ਦਵਾਈ ਹੈ ਜਿਹਦੇ ਕਰਕੇ ਇੱਕ ਦਿਨ ਦੇ ਵਿੱਚ ਅੱਧੇ ਕਿਲੋ ਤੋਂ ਲੈ ਕੇ 1 ਕਿਲੋ ਤੱਕ ਭਾਰ ਘਟ ਜੇ? ਮਤਲਬ ਉਹਨੇ ਸਵਾਲਾਂ ਦੀ ਵਾਛੜ ਕੀਤੀ ਆ। ਪਰ ਜੇ ਹੁਣ ਉਹਨੂੰ ਮੋੜਵਾ ਸਵਾਲ ਕਰਾਂ, ਐਂ ਕਰੇ ਨਾਲ ਕਿੰਨੇ ਲੋਕਾਂ ਦੇ ਚਿੱਟੇ ਤੋਂ ਕਾਲੇ ਵਾਲ ਹੋ ਗਏ? योगा करने वाले की सारे लोगों की उम्र 100 साल हुई? हालांकि असीं ये गल कहने भी योग करो, तंदुरुस्त रहो, आपदे शरीर की चुस्ती फुर्ती दे लई जरूरी है। पर तुसीं हर गल दे विच कहने आ, तुसीं कदे कुछ कह दिंदे, कदे कुछ कह दिंदे। सब तो वड्डी चीज़ ये है टाणा साहब, ठीक है तुहाडे सवाल वाजिब हो सकते ने, है ना, मतलब ये तुहाडे हिसाब दे नाल सही हो सकते ने, जवाब मिलने चाहिए ने, हरेक दे सवाल दा जवाब जरूर होना चाहिए। पर गल ये है मौका किहो जिहा है, हालात की ने, सवाल तो फिर सरकारां नूं भी करने चाहिए ने कि उन्होंने की कीता, उत्थे तुहाडा मूंह बंद हो जांदा। तुसीं ये गल कहने आ भी भाई जिहड़ी वैक्सीन आ इहदे करके तां समस्यावां वधियां, ते फिर जिन्हां दी आपां बोली बोलदे जिहड़े बुलारे बणे आ उन्हां नूं कहो जाके भी भाई वैक्सीन दे उत्ते खर्चा किहड़ी गल्लों कीता, मेरे वाली कोरोना लिखवाई चलो, काढ़े पियाई चलो, बंदा आपे तंदुरुस्त हो जाऊगा जे किस्मत च लिखिया होया तां। मैनूं तां लगदा है कोरोनल नूं वाकई मतलब लोकां तक पहुंचाउण दे लई सारा कुछ कीता जा रिहा है भी ਉਹ ਇੱਕ ਜ਼ਿੱਦ ਨਹੀਂ ਫੜ ਲੈਂਦਾ ਬੰਦਾ, ਜੇਕਰ ਮੇਰੀ ਨਹੀਂ ਗੱਲ ਮੰਨਦੇ ਫਿਰ ਮੈਂ ਤੁਹਾਡੇ ਵੀ ਐਂ ਹੀ ਪੋਤੜੇ ਫਰੋਲੂਗਾ। ਉਹੀ ਕੁਝ ਚੱਲਦਾ ਪਿਆ ਇਸ ਵੇਲੇ ਰਾਮਦੇਵ ਹੋਰਾਂ ਵੱਲੋਂ। ਦੇਖੋ, ਉਹ ਬੰਦੇ ਨੂੰ ਗੱਲਾਂ ਆਉਣਗੀਆਂ ਹੀ ਆ ਜੀ, ਜਿਹੜਾ ਪਿਸ਼ਾਬ ਵੀ 150 ਰੁਪਏ ਲੀਟਰ ਵੇਚਦਾ ਹੋਵੇ, ਉਹ ਬੰਦੇ ਨੂੰ ਗੱਲਾਂ ਕਿੱਥੇ ਆਉਣੀਆਂ ਜਿਹੜਾ ਉਸੇ ਥਾਂ ਦੇ ਉੱਤੇ ਦੁੱਧ ਆ ਜਿਹੜਾ ਉਹ 35-40 ਰੁਪਏ ਕਿਲੋ ਦਾ ਵੇਚ ਸਕਦਾ ਹੋਵੇ। ਸੋ ਇਸ ਵਕਤ ਗੱਲਾਂ ਆਉਂਦੀਆਂ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਨਾਲੇ ਵੈਸੇ ਵੀ ਜਦੋਂ ਪਤਾ ਹੋਵੇ ਵੀ ਚਾਹੇ ਸਾਡੇ ਕਈ ਸੈਂਪਲ ਫੇਲ ਹੋ ਗਏ ਨੇ ਫਿਰ ਵੀ ਕਾਰੋਬਾਰ ਤਾਂ ਚੱਲਦਾ ਹੈ। ਜਦੋਂ ਪਤਾ ਹੋਵੇ ਵੀ ਸਾਲ ਦੇ ਵਿੱਚ ਹਜ਼ਾਰਾਂ ਕਰੋੜ ਦੀ ਟਰਨਓਵਰ ਆ ਜਾਂਦੀ ਹੈ ਫਿਰ ਤਾਂ ਗੱਲਾਂ ਵੈਸੇ ਹੀ ਔੜਦੀਆਂ ਨੇ। ਜਦੋਂ ਪਤਾ ਹੋਵੇ ਵੀ ਸਾਨੂੰ ਕੋਈ ਪੁੱਛਣ ਦੱਸਣ ਵਾਲਾ ਹੈ ਹੀ ਨਹੀਂ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ, ਫਿਰ ਵੀ ਗੱਲਾਂ ਆਉਂਦੀਆਂ ਨੇ। ਇੱਕ ਨਾ ਧਾਰਮਿਕ ਟੀਵੀ ਚੈਨਲ ਦੀ ਨਵੀਂ ਕਲਿੱਪ ਵਾਇਰਲ ਹੋਈ ਹੈ ਰਾਮਦੇਵ ਦੀ। ਉਹਦੇ ਵਿੱਚ ਇਹ ਗੱਲ ਕਹਿ ਰਿਹਾ ਵੀ ਦੋਵੇਂ ਡੋਜ਼ ਲਵਾਉਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਾਕਟਰ ਮੌਤ ਦੀ ਬੁੱਕਲ 'ਚ ਚਲੇ ਗਏ। ਜੇ ਡਾਕਟਰ ਆਪਣੀ ਜ਼ਿੰਦਗੀ ਨਹੀਂ ਬਚਾ ਸਕੇ ਤਾਂ ਫਿਰ ਕਿਹੜੀਆਂ ਦਵਾਈਆਂ? ਹਾਂ, ਪਤਾ ਨਹੀਂ ਭਾਈ ਕੀ ਸੋਚ ਕੇ ਤੁਸੀਂ ਇਹ ਸਵਾਲ ਕਰਦੇ ਹੋ। ਦੇਖੋ
ਗੱਲ ਇਹ ਹੈ ਕਿ ਇਸ ਵੇਲੇ ਇਹ ਸਾਰੇ ਸਵਾਲ ਲੋਕਾਂ ਦੀ ਜ਼ਿਹਨ ਦੇ ਵਿੱਚ ਵੀ ਆਉਂਦੇ ਪਏ ਨੇ। ਲੋਕਾਂ ਦੇ ਵਿੱਚ ਜਾਗਰੂਕਤਾ ਦੀ ਇਸੇ ਲਈ ਕਮੀ ਹੈ, ਲੋਕ ਇਸੇ ਲਈ ਟੀਕੇ ਲਵਾਉਣ ਤੋਂ ਭੱਜਦੇ ਪਏ ਪਰ ਨੇ। ਤੁਸੀਂ ਕਿਹੜੇ ਮੌਕੇ ਕਿਹੜੀਆਂ ਗੱਲਾਂ ਕਰਦੇ ਹੋ, ਸਵਾਲ ਇਹ ਪੈਦਾ ਹੁੰਦਾ। ਬਿਲਕੁਲ ਸਹੀ। ਤੁਸੀਂ ਲੋਕਾਂ ਨੂੰ ਕੀ ਦੇ ਰਹੇ ਹੋ ਆਪਣੇ ਤੌਰ ਦੇ ਉੱਤੇ? ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਵੀ ਕੀ ਖਾਲਸਾ ਏਡ ਦੇ ਵਾਂਗੂ ਤੁਸੀਂ ਆਕਸੀਜਨ ਦਾ ਪ੍ਰਬੰਧ ਕਰਕੇ ਦਿੱਤਾ? ਕੀ ਤੁਸੀਂ ਸੋਨੂ ਸੂਦ ਦੇ ਵਾਂਗੂ ਲੋਕਾਂ ਦੀ ਮਦਦ ਕੀਤੀ ਆ? ਤੁਸੀਂ ਤਾਂ ਸੋਨੂ ਸੂਦ ਦੇ ਨਾਲੋਂ ਖਾਲਸਾ ਏਡ ਦੇ ਨਾਲੋਂ ਬਹੁਤ ਵੱਡਾ ਅਦਾਰਾ ਆਪਣਾ ਬਣਾਈ ਬੈਠੇ ਆ ਸਰਕਾਰਾਂ ਦੇ ਥਾਪੜੇ ਦੇ ਕਰਕੇ। ਆਪ ਕੀ ਕੀਤਾ, ਸਵਾਲ ਇਹ ਪੈਦਾ ਹੁੰਦਾ। ਕੱਲੀਆਂ ਰਾਇਆਂ ਨਹੀਂ ਦੇਣੀਆਂ। ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਇਸ ਵੇਲੇ ਲੋਕ ਇੰਨੇ ਕੁ ਜ਼ਿਆਦਾ ਤਣਾਅ ਦੇ ਵਿੱਚ ਨੇ। ਤੁਸੀਂ ਕਹੋ ਮੈਂ ਮੁਫਤ ਦੇ ਵਿੱਚ ਆਓ ਸ਼ਿਵਰ ਲਾਉਣਾ ਤੇ ਉੱਥੇ ਆ ਕੇ ਤੁਸੀਂ ਯੋਗਾ ਕਰੋ, ਤੁਹਾਨੂੰ ਤਣਾਅ ਮੁਕਤ ਕਰਦੇ ਆ। ਇਸ ਵੇਲੇ ਊਰਜਾ ਦੀ ਬਹੁਤ ਜ਼ਿਆਦਾ ਲੋੜ ਹੈ, ਇਸ ਵੇਲੇ ਹਾਂ ਪੱਖੀ ਵਿਚਾਰਾਂ ਦੀ ਬਹੁਤ ਜ਼ਿਆਦਾ ਲੋੜ ਹੈ। ਤੁਸੀਂ ਕਹੋ ਮੈਂ ਮੁਫਤ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਯੋਗਾ ਸਿਖਾਉਣਾ ਤਾਂ ਜੋ ਤੁਸੀਂ ਸਾਰੇ ਊਰਜਾ ਨਾਲ ਭਰ ਸਕੋ, ਉਧਰਲੇ ਪਾਸੇ ਕਿਉਂ ਨਹੀਂ ਜਾਂਦੇ ਤੁਸੀਂ? ਬਿਲਕੁਲ ਸਹੀ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ, ਨਾਲ ਨੇ ਹਰਬੰਸਨ ਜੀ ਤੇ ਗੱਲਬਾਤ ਅਗਲੀ ਜਾਰੀ ਹੈ। ਹੁਣ ਗੱਲ ਕਰਦੇ ਆਪਾਂ ਕਿਸਾਨੀ ਦੀ। ਟਾਣਾ ਸਾਹਿਬ ਧੰਨ ਨੇ ਉਹ ਲੋਕ ਜਿਹੜੇ ਕਿ ਇੰਨੀ ਗਰਮੀ ਦੇ ਵਿੱਚ ਵੀ ਅਸਮਾਨ ਦੇ ਵਿੱਚੋਂ ਅੱਗ ਵਰਦੀ ਪਈ ਹੈ ਇਸ ਵੇਲੇ, ਪਰ ਫਿਰ ਵੀ ਉਹਨਾਂ ਦੇ ਹੌਸਲੇ ਨਹੀਂ ਪਿਘਲੇ। ਜਿਹੜੇ ਵੀ ਲੋਕ ਇਹ ਗੱਲ ਕਹਿੰਦੇ ਆ ਨਾ ਕਿ ਕਿਸਾਨ ਤਾਂ ਇੱਥੇ ਜਾਣਬੁੱਝ ਕੇ ਬੈਠੇ ਹਨ ਜਾਂ ਬਿਠਾਏ ਗਏ ਹਨ, ਉਹਨਾਂ ਨੂੰ ਅਸੀਂ ਪੋਹ ਮਾਘ ਦੇ ਵਿੱਚ ਵੀ ਕਹਿੰਦੇ ਹੁੰਦੇ ਸੀ ਵੀ ਕਦੇ ਟਰਾਲੀ ਦੇ ਵਿੱਚ ਸੌਂ ਕੇ ਦਿਖਾ ਦਿਓ 24 ਘੰਟੇ। ਉਹਨਾਂ ਨੂੰ ਹੁਣ ਵੀ ਗੱਲ ਕਹਿੰਦੇ ਆ ਵੀ ਕਦੇ ਟਰਾਲੀ ਦੇ ਵਿੱਚ 1 ਘੰਟਾ ਬੈਠ ਕੇ ਦਿਖਾ ਦਿਓ, ਟਰਾਲੀ ਨੂੰ ਹੱਥ ਲਾ ਕੇ ਦਿਖਾ ਦਿਓ। ਜਦੋਂ ਟਰਾਲੀ 42-43 ਡਿਗਰੀ ਤਾਪਮਾਨ ਦੇ ਵਿੱਚ ਤਪਦੀ ਆ ਨਾ, ਤਾਂ ਇਉਂ ਲੱਗਦਾ ਜਿਵੇਂ ਤੰਦੂਰ ਨੂੰ ਹੱਥ ਲੱਗ ਗਿਆ ਹੁੰਦਾ। ਤੇ ਧੰਨ ਆ ਉਹ ਲੋਕ ਜਿਨ੍ਹਾਂ ਦੀਆਂ ਝੌਂਪੜੀਆਂ ਚੌਥੇ ਦਿਨ ਹਵਾ ਦੇ ਬੁੱਲੇ ਕਰਕੇ ਉੱਡ ਜਾਂਦੀਆਂ, ਪਰ ਉਹ ਮਾਂ ਦੇ ਸ਼ੀਣੇ ਪੁੱਤ ਫੇਰ ਉੱਥੇ ਬਣਾ ਕੇ ਬਹਿ ਜਾਂਦੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਵੇਖੋ ਉਹਨਾਂ ਦੇ ਜਜ਼ਬੇ ਕਿਹੋ ਜਿਹੇ ਹੋਣਗੇ, ਉਹਨਾਂ ਦੇ ਜਿਗਰੇ ਕਿਹੋ ਜਿਹੇ ਹੋਣਗੇ ਕਿ ਬੰਦੇ ਨੂੰ ਘਰ ਦੇ ਵਿੱਚ ਜੇਕਰ ਪੱਖਾ ਨਾ ਸਿਰ ਤੇ ਲੱਗਾ ਹੋਏ ਤੇ ਤਾਂ ਵੀ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ। ਜੇ ਕਿਤੇ 5 ਮਿੰਟ ਲਈ ਬੱਤੀ ਚੱਲ ਜਾਵੇ ਨਾ ਤੇ ਅਸੀਂ 50 ਗਾਲਾਂ ਕੱਢ ਦਿੰਦੇ ਆ ਬਿਜਲੀ ਮਹਿਕਮੇ ਨੂੰ ਕਿ ਬੱਤੀ ਹੈ ਨਹੀਂ, ਪੱਖਾ ਨਹੀਂ ਚੱਲਦਾ, ਗਰਮੀ ਇੰਨੀ, ਮੁੜਕਾ ਇੰਨਾ। ਉਹ ਲੋਕ ਜਿਹੜੇ ਜਿਗਰਿਆਂ ਦੇ ਨਾਲ ਖੁੱਲੇ ਅਸਮਾਨ ਦੇ ਹੇਠਾਂ ਬੈਠੇ ਨੇ, ਸੋਚੋ ਕੀ ਮੁਸ਼ਕਲਾਂ ਉਹਨਾਂ ਦੇ ਦਰਪੇਸ਼ ਹੋਣਗੀਆਂ, ਪਰ ਫਿਰ ਵੀ ਡਟੇ ਹੋਏ ਨੇ। 6 ਮਹੀਨੇ ਪੂਰੇ ਹੋ ਗਏ ਆ, ਹੁਣ ਤੋਂ ਕੁਝ ਘੰਟਿਆਂ ਬਾਅਦ 6 ਮਹੀਨੇ ਪੂਰੇ ਹੋ ਜਾਣੇ ਆ। 26 ਨਵੰਬਰ ਨੂੰ ਉਹ ਜਾ ਕੇ ਬਾਰਡਰਾਂ ਦੇ ਉੱਤੇ ਬੈਠੇ ਸੀ। ਕੇਂਦਰ ਦੀ ਹਕੂਮਤ ਦੇ ਵੱਲੋਂ ਕੋਈ ਉਹਨਾਂ ਦੀ ਸਾਰ ਨਹੀਂ ਲਈ ਗਈ ਤੇ ਉਹਨਾਂ ਨੂੰ 6 ਮਹੀਨੇ ਪੂਰੇ ਹੋਣ ਵਾਲੇ ਆ। ਪੂਰੇ ਭਾਰਤ ਦੇ ਵਿੱਚ ਕਾਲਾ ਦਿਵਸ ਮਨਾਉਣ ਦੀ ਗੱਲ ਕਹੀ ਗਈ ਹੈ, ਸਰਕਾਰ ਦੇ ਪੁਤਲੇ ਫੂਕਣ ਦੀ ਗੱਲ ਕਹੀ ਗਈ ਹੈ, ਔਰਤਾਂ ਨੂੰ ਕਿਹਾ ਗਿਆ ਬਾਰਡਰਾਂ ਦੇ ਉੱਤੇ ਕਾਲੀਆਂ ਚੁੰਨੀਆਂ ਲੈ ਕੇ ਪਹੁੰਚੋ, ਬੰਦਿਆਂ ਨੂੰ ਇਹ ਗੱਲ ਕਹੀ ਗਈ ਹੈ ਵੀ ਕਾਲੀਆਂ ਪੱਗਾਂ ਬੰਨ੍ਹ ਕੇ ਪਹੁੰਚੋ, ਟਰੈਕਟਰਾਂ ਦੇ ਉੱਤੇ ਕਾਲੀਆਂ ਝੰਡੀਆਂ ਲਾ ਲਓ। ਰਾਜਨੀਤੀ ਇੱਕ ਪਾਸੇ, ਜਿਹੜੇ ਵੀ ਲੋਕ ਰਾਜਨੀਤੀ ਨਾਲ ਜੁੜੇ ਆ, ਪਰ ਇਹ ਦੇਖੋ ਵੀ ਤੁਸੀਂ ਅੰਨਦਾਤੇ ਦੇ ਲਈ ਕਿੰਨੇ ਕੁ ਕਦਰਦਾਨ ਆ, ਤੁਸੀਂ ਕਿੰਨੇ ਕੁ ਸਹੀ ਅਰਥਾਂ ਦੇ ਵਿੱਚ ਫਿਕਰਮੰਦ ਆ, ਤੁਸੀਂ ਉਹਦੇ ਕਿੰਨੇ ਕੁ ਦੇਣਦਾਰ ਆ। ਕਦੇ ਸਵੈ ਚਿੰਤਨ ਕਰਕੇ ਦੇਖਿਓ। ਮੈਨੂੰ ਉਹਨਾਂ ਲੋਕਾਂ ਤੇ ਬੜੀ ਹੈਰਾਨੀ ਹੁੰਦੀ ਹੈ ਟਾਣਾ ਸਾਹਿਬ, ਜਿਹੜੇ ਹਾਲੇ ਵੀ ਘਰੇ ਬੈਠੇ ਹੀ ਕਹੀ ਜਾਣਗੇ ਇਹ ਨਹੀਂ ਜਿੱਦੇ ਪਈ ਹੋਈ ਸਰਕਾਰ, ਇਹ ਨਹੀਂ ਮਸਲਾ ਹੱਲ ਹੋਣਾ, ਐਵੇਂ ਉੱਥੇ ਬੈਠੇ ਹੋਏ ਨੇ। ਗੱਲ ਇਹ ਹੈ, ਗੱਲ ਸਿਰਫ ਮਸਲੇ ਦੇ ਹੱਲ ਦੀ ਹੈ। ਉਹ ਥੱਕੇ ਟੁੱਟੇ ਹਾਰੇ ਜੀ, ਨਿਰਾਸ਼ ਹੋਏ ਤੇ ਜ਼ਿੰਦਗੀ ਦੇ ਵਿੱਚ ਅਸਫਲ ਹੋਏ ਲੋਕ ਆ, ਜਿਹੜੇ ਇਸ ਵਕਤ ਇਕੱਠ ਨੂੰ ਵੀ ਘਟਾ ਕੇ ਵੇਖਦੇ ਆ। ਤੁਹਾਡੇ ਕਹੇ ਦੇ ਉੱਤੇ ਜੇਕਰ 4 ਬੰਦੇ ਨਹੀਂ ਨਾਲ ਤੁਰਦੇ ਤਾਂ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਹਜ਼ਾਰਾਂ 'ਚ ਆ, ਭਾਵੇਂ ਲੱਖਾਂ ਦੇ ਵਿੱਚ ਆ, ਉਹਨਾਂ ਦਾ ਧੰਨਵਾਦ ਕਰੋ ਤੇ ਉਹਨਾਂ ਨੂੰ ਸਲਾਮ ਕਰੋ। ਔਰ ਸਭ ਤੋਂ ਵੱਡੀ ਚੀਜ਼, ਪੰਜਾਬੀਆਂ ਨੂੰ ਹਲੂਣਾ ਦੇਣ ਦੀ ਲੋੜ ਹੈ। ਟਾਣਾ ਸਾਹਿਬ ਮਾਣ ਦੇ ਨਾਲ ਸਿਰ ਉੱਚਾ ਹੋਇਆ ਜਦੋਂ ਵੇਖਿਆ ਕਿ ਹਿਸਾਰ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਹੈ ਉਹਨਾਂ ਦਾ ਕਾਫਲਾ ਫਿਰ ਤੋਂ ਦਿੱਲੀ ਵੱਲ ਤੁਰਿਆ। ਮੁੱਖ ਮੰਤਰੀ ਖੱਟੜ ਨੇ ਪਿਛਲੇ ਦਿਨੀ ਹਿਸਾਰ ਦੇ ਵਿੱਚ ਇੱਕ ਹਸਪਤਾਲ ਦਾ ਉਦਘਾਟਨ ਕੀਤਾ ਜੀ। ਕਿਸਾਨਾਂ ਨੇ ਜਾ ਕੇ ਵਿਰੋਧ ਕੀਤਾ, ਕਿੰਨੇ ਕਿਸਾਨਾਂ ਦੇ ਕੁੱਟ ਪਈ ਤੇ ਕਿੰਨੇ ਕਿਸਾਨਾਂ ਦੇ ਉੱਤੇ ਇਰਾਦਾ ਕਤਲ ਦਾ ਪਰਚਾ ਦਰਜ ਹੋਇਆ। ਪਰ ਲੰਘੇ ਕੱਲ ਫਿਰ ਮਾਂ ਦੇ ਪੁੱਤ ਉੱਥੇ ਪਹੁੰਚ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਬਹੁਤ ਤਿਆਰੀਆਂ ਕੀਤੀਆਂ, ਪੈਰਾਮਿਲਟਰੀ ਫੋਰਸ ਲਾ ਲਈ, ਪੁਲਿਸ ਦੇ ਕਰਮਚਾਰੀ ਲਾਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਪਰ ਜਦੋਂ ਇਕੱਠ ਵੱਧ ਗਿਆ ਨਾ ਤੇ ਫਿਰ ਤੁਰੰਤ ਮੀਟਿੰਗ ਕੀਤੀ, ਕਹਿੰਦੇ ਵੀ ਜਿਨ੍ਹਾਂ ਤੇ ਪਰਚੇ ਦਰਜ ਕੀਤੇ ਸਾਰੇ ਰੱਦ ਕਰਦੇ ਆ। ਜਿਹੜੇ ਇੱਕ ਉੱਥੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਲੰਘੇ ਕੱਲ ਮੌਤ ਹੋਈ ਆ, ਉਹਦੇ ਟੱਬਰ ਦੇ ਇੱਕ ਜੀ ਨੂੰ ਨੌਕਰੀ ਵੀ ਦੇਵਾਂਗੇ ਤੇ ਜਿਹੜੀਆਂ ਗੱਡੀਆਂ ਪਿਛਲੇ ਦਿਨੀ ਪੁਲਿਸ ਦੇ ਕਰਕੇ ਭੱਜੀਆਂ ਟੁੱਟੀਆਂ, ਉਹਨਾਂ ਸਾਰੀਆਂ ਨੂੰ ਅਸੀਂ ਠੀਕ ਕਰਵਾ ਕੇ ਦੇਵਾਂਗੇ। ਇਹ ਕਿਸਾਨੀ ਤਾਕਤ ਆ। ਹਾਂ, ਤੇ ਪੰਜਾਬੀਆਂ ਨੂੰ ਇਹ ਬੇਨਤੀ ਹੈ ਕਿ ਇਸ ਵੇਲੇ ਆਪਾਂ ਐਵੇਂ ਹੀ ਨਾ ਕਿਸੇ ਨੂੰ ਵੀ ਕੋਈ ਵੀ ਪ੍ਰਮਾਣ ਪੱਤਰ ਜਾਰੀ ਕਰੀਏ। ਆਪਾਂ ਇਸ ਵੇਲੇ ਸਿਰਫ ਤੇ ਸਿਰਫ ਜੋ ਇਸ ਵੇਲੇ ਟੀਚਾ ਮਿੱਥਿਆ ਹੋਇਆ ਉਹਦੇ ਵੱਲ ਧਿਆਨ ਦਈਏ ਤਾਂ ਜ਼ਿਆਦਾ ਵਧੀਆ ਹੈ। ਇਸ ਵੇਲੇ ਜਿਸ ਤਰੀਕੇ ਦੇ ਨਾਲ ਹਿਸਾਰ ਅੱਗੇ ਆਇਆ, ਜਿਵੇਂ ਕਿਸਾਨ ਵੀਰ ਪੂਰਾ ਕਹਿ ਲੋ ਵੀ ਜੋਸ਼ ਦੇ ਨਾਲ, ਜਜ਼ਬੇ ਦੇ ਨਾਲ ਅੱਗੇ ਵਧ ਰਹੇ ਨੇ, ਆਪਾਂ ਉਹਨਾਂ ਤੋਂ ਵੀ ਕੁਝ ਸਿੱਖੀਏ ਤੇ ਆਪਾਂ ਸਾਰੇ ਵੀ ਰਲ ਕੇ ਇੱਕ ਹੋਈਏ। ਜਦ ਤੱਕ ਮਸਲਾ ਹੱਲ ਨਹੀਂ ਹੁੰਦਾ, ਇੱਕੇ ਦੀ ਹੀ ਲੋੜ ਹੈ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਇੱਕ ਹੁੰਦਾ ਸਕੀਮ, ਹਾਂ ਮਤਲਬ ਹੁੰਦੀ ਹੈ, ਤੇ ਇੱਕ ਹੁੰਦੇ ਸਕੀਮੀ ਲੋਕ। ਹਾਂ ਬਈ, ਬੜੇ ਚਤਰੇ ਲੋਕ ਨੇ,
ਦੁਨੀਆ ਗਾਂ ਤੋਂ ਗਾਂ ਪਈ ਆ। ਹਾਂ ਮਤਲਬ ਆਪਾਂ ਹਰੇਕ ਨੂੰ ਇਹ ਕਹਿੰਦਿਆਂ ਹੋਇਆ ਸੁਣਿਆ ਹੈ ਕਿ ਵਿਆਹ ਇੱਕ ਇਹੋ ਜਿਹਾ ਲੱਡੂ ਜਿਹੜਾ ਖਾਵੇ ਉਹ ਵੀ ਪਛਤਾਵੇ, ਜਿਹੜਾ ਨਾ ਖਾਵੇ ਉਹ ਵੀ ਪਛਤਾਵੇ, ਪਰ ਫਿਰ ਵੀ ਲੋਕ ਕਹਿੰਦੇ ਖਾ ਕੇ ਪਛਤਾਉਣਾ ਮਨਜ਼ੂਰ ਹੈ। ਹਾਂ ਤੇ ਕਈ ਤਾਂ ਲੱਡੂ ਖਾਣ ਲਈ ਅਸਮਾਨ ਤੱਕ ਚ ਪਹੁੰਚ ਜਾਂਦੇ ਨੇ। ਦੁਨੀਆ ਕੁਝ ਵੀ ਕਰ ਸਕਦੀ ਆ ਜੀ। ਅੱਜ ਕੱਲ ਤਾਂ ਜੋ ਵੀ ਬੰਦਾ ਕਹਿੰਦਾ ਨਾ ਉਹ ਮੰਨ ਲਓ। ਅੱਜ ਕੱਲ ਬਿਲਕੁਲ ਜ਼ਿੱਦ ਨਾ ਕਰੋ। ਜੇ ਕੋਈ ਬੰਦਾ ਇਹ ਕਵੇ ਨਾ ਤੁਹਾਨੂੰ ਵੀ ਭਾਈ ਅੱਜ ਨਾ ਮੈਂ ਤਾਰ ਦੇ ਉੱਤੇ ਬੈਠਾ ਹਾਥੀ ਵੇਖਿਆ, ਹਾਥੀ ਬੈਠਾ ਸੀਗਾ ਸਾਡੀ ਤਾਰ ਦੇ ਉੱਤੇ, ਤੋਤੇ ਵਾਂਗੂ ਲੱਗਦਾ ਸੀਗਾ, ਜੀ। ਤੁਸੀਂ ਕਹੋ ਵੀ ਸਾਡੇ ਵੀ ਕੱਲ ਆਇਆ ਸੀ, ਆਏ ਹਾਏ ਸਾਡੀ ਵੀ ਤਾਰ ਤੇ ਕੱਲ ਸਾਰਾ ਦਿਨ ਬੈਠਾ ਰਿਹਾ, ਮੈਂ ਕੁਛ ਨਹੀਂ ਕਿਹਾ, ਡੋਂਗੇ 'ਚ ਪਾਣੀ ਪਾਤਾ ਉਹ ਪੀ ਗਿਆ, ਦਾਣੇ ਪਾਤੇ ਉਹ ਖਾ ਗਿਆ, ਬੈਸੋ ਨਾ ਕਿਸੇ ਨਾਲ, ਜੀ। ਮੰਨ ਜੋ ਵੀ ਭਾਈ ਸਾਡੇ ਵੀ ਉੜਦਾ ਹੋਇਆ ਹਾਥੀ ਆਇਆ ਸੀ। ਨਹੀਂ ਉਹ ਤਾਂ ਠੀਕ ਹੈ, ਪਰ ਇੱਥੇ ਵਿਆਹ ਉੜਦਾ ਹੋਇਆ ਹੋ ਗਿਆ। ਉਹ ਦੇਖੋ ਗੱਲ ਉੜਦਾ ਬਹੁਤ ਕੁਛ ਆ। ਹਾਂ ਬਿਲਕੁਲ ਸਹੀ ਹੈ। ਇਹ ਨਾ ਤਾਮਿਲਨਾਡੂ ਦੇ ਮਦੁਰੈ ਤੋਂ ਖਬਰ ਸਾਹਮਣੇ ਆਈ ਹੈ। ਟਾਣਾ ਸਾਹਿਬ ਬੰਦੇ ਨੇ ਵਿਆਹ ਕਰਾਉਣ ਦਾ ਇੰਨਾ ਚਾਅ, ਕਹਿੰਦਾ ਜੋ ਮਰਜ਼ੀ ਹੋ ਜੇ ਵਿਆਹ ਤਾਂ ਕਰਾਉਣਾ ਹੀ ਕਰਾਉਣਾ। ਹਾਂ। ਹੁਣ ਪਾਬੰਦੀਆਂ ਲੱਗੀਆਂ ਹੋਈਆਂ ਨੇ, ਮਤਲਬ ਤੁਸੀਂ ਇੰਨਾ ਇਕੱਠ ਨਹੀਂ ਕਰ ਸਕਦੇ, ਕਰੋਨਾ ਦੇ ਨਿਯਮ ਫਾਲੋ ਕਰਨੇ ਪੈਣਗੇ ਇਹ ਉਹ, ਪਰ ਪਾਬੰਦੀਆਂ ਤਾਂ ਜ਼ਮੀਨ ਤੇ ਨੇ ਨਾ, ਅਸਮਾਨ 'ਚ ਤਾਂ ਕੋਈ ਪਾਬੰਦੀ ਨਹੀਂ। ਸਹੀ ਗੱਲ ਆ। ਇਹ ਮਾਂ ਦੇ ਪੁੱਤ ਨੇ ਸਪਾਈਸ ਜੈਟ ਦੀ ਫਲਾਈਟ ਬੁੱਕ ਕੀਤੀ, ਹਾਂ। ਜਹਾਜ਼ 'ਚ ਹੀ ਵਿਆਹ ਕਰਾ ਲਿਆ ਈ। ਜਹਾਜ਼ 'ਚ ਵਿਆਹ ਕਰਵਾ ਲਿਆ, 133 ਬੰਦੇ ਨਾਲ ਲੈ ਗਿਆ। ਜੀ ਬਿਲਕੁਲ। ਇਹ ਕਹਿੰਦਾ ਦੇਖੀ ਜਾਊ ਵਿਆਹ ਹੋਊ ਤਾਂ ਜਹਾਜ਼ 'ਚ ਹੀ ਹੋਊਗਾ, ਮਤਲਬ ਪੂਰੀ ਤਿਆਰੀ ਕਰ ਲਈ ਸੀ। ਠੀਕ ਆ, ਫਿਰ ਬੰਦੇ ਕੋਲੇ ਪੈਸੇ ਹੈਗੇ, ਰੁਪਈਏ ਆ। ਹੁਣ ਕਹਿੰਦਾ ਤਫਤੀਸ਼ ਕਰੋ ਕਿਹੜੇ ਕਿਹੜੇ ਸੀ। ਹਾਂ ਅਗਲੇ ਕਹਿੰਦੇ ਹੁਣ ਇਹਨਾਂ ਨੂੰ ਪੁੱਛਦੇ ਆ ਵੀ ਕਿਵੇਂ ਵਿਆਹ ਖਾਦਾ। ਦੇਖੋ ਮੈਂ ਤਾਂ ਨਾ ਵੈਸੇ ਸਵਾਲੀਆ ਨਿਸ਼ਾਨ ਲਾਇਆ ਸੀ ਜੀ। ਵੀ ਠੀਕ ਹੈ ਬੰਦੇ ਕੋਲੇ ਪੈਸੇ ਹੈਗੇ, ਭਾਵੇਂ ਅਸਮਾਨ 'ਚ ਉੱਡ ਕੇ ਕਰਾਵੇ। ਦੇਖੋ ਵਿਆਹ ਨਿਭਣਾ ਤਾਂ ਜੇਕਰ ਤੁਹਾਡਾ ਸੂਤ ਬਹਿ ਗਿਆ, ਜੀ, ਜੇਕਰ ਤੁਹਾਡੀ ਸੋਚ ਰਲਦੀ ਹੋਈ, ਆ ਕਿਸੇ ਜਹਾਜ਼ ਨੇ ਜਾਂ ਪਾਇਲਟ ਨੇ ਆ ਕੇ ਥੋੜੀ ਬਣਾਉਣੀ ਆ। ਇਸ ਕਰਕੇ ਭਾਈ ਸੀਮਤ ਜਿਹਾ ਦਾਇਰਾ ਰੱਖੋ, ਸੀਮਤ ਜਿਹਾ ਖਰਚਾ ਕਰੋ। ਕਾਹਤੋਂ ਆਪਾਂ ਐਵੇਂ ਲੰਬੜਦਾਰੀ ਦੇ ਵਿੱਚ ਵੀ ਭਾਈ ਆਪਾਂ ਤਾਂ ਬੈਠ ਕੇ ਕਰਵਾਇਆ ਸੀ। ਦੇਖੋ ਰਾਕੇਸ਼ ਦੇ ਵੀ ਸੁਪਨੇ ਸੀ ਤੇ ਦੀਕਸ਼ਾ ਦੇ ਵੀ ਸੁਪਨੇ ਸੀ, ਉਹ ਕਹਿੰਦੇ ਵਿਆਹ ਤਾਂ ਫਿਰ ਕੁਝ ਵੱਖਰਾ ਹੀ ਹੋਣਾ ਚਾਹੀਦਾ। ਨੇ ਦੇਖੋ ਸੁਪਨੇ ਤੁਹਾਡੇ ਸੀਗੇ, ਹਾਂ, ਪਰ ਅਸਮਾਨ ਦੇ ਵਿੱਚ ਵੀ ਸਰਕਾਰ ਕਹਿੰਦੀ ਉਹੀ ਨਿਯਮ ਲਾਗੂ ਹੁੰਦੇ ਜਿਹੜੇ ਧਰਤੀ ਤੇ ਆ। ਉਹਨਾਂ ਨੂੰ ਪਹਿਲਾਂ ਨਹੀਂ ਸੀ ਨਾ ਪਤਾ, ਤੇ ਪਹਿਲਾਂ ਪਤਾ ਕਰਨਾ ਸੀ ਨਾ। ਉਹਨਾਂ ਦੇ ਘਰੇ ਜਾ ਕੇ ਇੱਥੇ ਸ਼ਹਿਰੀ ਹਵਾਬਾਜ਼ੀ ਮੰਤਰੀ ਦੱਸਦਾ। ਓਹੋ ਵਿਆਹ ਦਾ ਚਾਹ ਵੀ ਚਾਹ ਹੁੰਦਾ ਟਾਣਾ ਸਾਹਿਬ, ਬੰਦੇ ਸਭ ਕੁਝ ਭੁੱਲ ਜਾਂਦਾ। ਹਾਂ ਵਾਹ ਨਾ, ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਆ ਕਿ ਉਹਨਾਂ ਦੀ ਗਲਤੀ ਮੰਨਦੇ ਆ? ਮੈਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਮੈਂ ਕਿੱਧਰ ਆ। ਪਰ ਦੇਖੋ ਜੀ 133 ਬੰਦੇ ਲੈ ਕੇ ਉਹਨਾਂ ਨੇ ਵਿਆਹ ਕੀਤਾ। ਜੀ। ਉਹਨਾਂ ਨੇ ਕਰੋਨਾ ਨਿਯਮਾਂ ਦਾ ਪਾਲਣ ਨਹੀਂ ਕੀਤਾ, ਭੀੜ ਭੜੱਕਾ ਜਹਾਜ਼ ਦੇ ਵਿੱਚ ਬੜਾ ਕਰ ਲਿਆ। ਤੇ ਹੁਣ ਜਿੰਨੇ ਵੀ ਹੈਗੇ ਜਹਾਜ਼ ਦੇ ਵਿੱਚ ਅਮਲਾ ਫੈਲਾ ਕੰਮ ਕਰਨ ਵਾਲਾ, ਉਹਨਾਂ ਸਾਰਿਆਂ ਨੂੰ ਸੰਬੰਧਿਤ ਕੰਪਨੀ ਦੇ ਵੱਲੋਂ ਹਟਾ ਦਿੱਤਾ ਗਿਆ। ਜੀ। ਕਹਿੰਦੇ ਵੀ ਇਹਨਾਂ ਸਾਰੇ ਲੋਕਾਂ ਦੇ ਉੱਤੇ ਬਣਦੀ ਸਰਲੀ ਕਾਰਵਾਈ ਹੋਊਗੀ। ਮਾਂ ਦੇ ਪੁੱਤਾਂ ਨੇ ਚਾਚਾ ਦੇ ਵਿੱਚ ਵੀਡੀਓ ਵੀ ਬਣਾ ਕੇ ਪਾਤੀ, ਕਹਿੰਦੇ ਵੀ ਆਹ ਦੇਖੋ। ਟਾਣਾ ਸਾਹਿਬ ਮੈਂ ਤਸਵੀਰਾਂ ਵੇਖੀਆਂ, ਕੈਮਰਾਮੈਨ ਚੜਿਆ ਪਿਆ, ਉਹ ਕੋਈ ਕਵੇ ਮੇਰਾ ਸ਼ਾਟ ਨਾ ਰਹਿ ਜੇ, ਦੂਜਾ ਕਵੇ ਮੇਰਾ ਨਾ ਰਹਿ ਜਵੇ। ਉਹ ਤਾਂ ਬੁਰੇ ਹਾਲ ਬੌਂਕੇ ਦਿਹਾੜੇ ਹੋਇਆ ਪਿਆ ਸੀ, ਜਹਾਜ਼ 'ਚ ਖੜੇ ਸਾਰੇ। ਮਤਲਬ ਹੱਦ ਹੀ ਹੋ ਗਈ ਜਨਤਾ ਦੀ। ਚਲੋ ਹਾਸਾ ਮਜ਼ਾਕ ਇੱਕ ਬੰਨੇ ਰਿਹਾ, ਪਰ ਟਾਣਾ ਸਾਹਿਬ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇਕਰ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਹਾਜ਼ 'ਚ ਵੀ ਇਕੱਠੇ ਹੋ ਰਹੇ ਹੋ ਤੇ ਕਰੋਨਾ ਨੇ ਇਹ ਥੋੜੀ ਦੇਖਣਾ ਕਿ ਤੁਸੀਂ ਜਹਾਜ਼ 'ਚੋਂ। ਸਹੀ। ਜੇਕਰ ਖੁਦਾ ਨਾ ਖਾਸਾ ਕੋਈ ਸਮੱਸਿਆ ਆ ਜੇ ਕਿਸੇ ਇੱਕ ਨੂੰ ਵੀ, ਕਿੰਨਿਆਂ ਦੀ ਜਾਨ ਜ਼ੋਖਮ 'ਚ ਪੈਂਦੀ ਹੈ। ਇਹ ਕਿਹੜਾ ਪੱਛਮੀ ਬੰਗਾਲ ਦੀ ਰੈਲੀ ਆ ਵੀ ਜਿੱਥੇ ਭਾਵੇਂ ਲੱਖਾਂ ਬੰਦਾ ਆ ਜੇ। ਜੀ। ਇਹ ਜਹਾਜ਼ ਆ। ਨਾਲੇ ਸਭ ਤੋਂ ਵੱਡੀ ਚੀਜ਼ ਟਾਣਾ ਸਾਹਿਬ, ਜਿਵੇਂ ਇੰਨੇ ਸਾਰੇ ਲੋਕ ਸੀਟਾਂ ਤੋਂ ਖੜੇ ਹੋ ਗਏ, ਜਹਾਜ਼ ਦਾ ਵੀ ਤਾਂ ਕੁਝ ਵੀ ਹੋ ਸਕਦਾ ਸੀ ਅਸਮਾਨ ਦੇ ਵਿੱਚ। ਮਤਲਬ ਤੁਸੀਂ ਥੋੜਾ ਸੋਚੋ ਵਿਚਾਰੋ, ਵਿਆਹ ਐਡਾ ਕਿਹੜਾ ਕਾਲਾ ਆਇਆ ਸੀ। ਚਲੋ ਹੁਣ ਹਟ ਜਾਣਗੇ। ਹੁਣ ਆਪਾਂ ਕਿਹੜੇ ਬੰਨੇ ਆ? ਮੈਂ ਕਹਿੰਦਾ ਵੀ ਹਟ ਜਾਣ। ਨਹੀਂ ਆਪਾਂ ਪੱਖ ਚਾਹ ਕੇ ਵਿਰੋਧ ਚਾਹ। ਹੁਣ ਤਾਂ ਮਾੜਾ ਜਿਹਾ ਮੈਂ ਵਿਰੋਧ 'ਚ ਹੀ ਆ। ਇਹ ਲੱਗਿਆ ਨਹੀਂ ਸੀ। ਨਹੀਂ ਮੈਂ ਵਿਰੋਧ 'ਚ ਆ। ਨਹੀਂ ਮੈਨੂੰ ਪੱਖ ਇੰਨਾ ਐਵੇਂ ਵਿਖਾਵਾ ਕਾਹਤੋਂ ਕਰਨਾ? ਪਹਿਲੀ ਗੱਲ ਤਾਂ ਇਹ ਵਿਰੋਧ ਦੀ। ਦੂਜੀ ਗੱਲ ਇਹ ਆ ਵੀ ਜਦੋਂ ਸਰਦਾ ਆਪਣਾ ਘੱਟ ਲੋਕਾਂ ਨੂੰ ਸੱਦਿਆ ਤੇ ਆਪਾਂ ਇੰਨਾ ਕਿਹੜੀ ਗੱਲੋਂ ਲੰਗੜ ਚੱਕਿਆ। ਤੀਜੀ ਗੱਲ ਇਹ ਆ ਵੀ ਇਹ ਨਿੱਜੀ ਮਸਲੇ ਆ, ਇਹ ਨਿੱਜੀ ਗੱਲਾਂ, ਇਹ ਮਾੜਾ ਮੋਟਾ ਨਾ ਘਰ ਦੇ ਵਿੱਚ ਹੀ ਹੋ ਜਾਂਦਾ ਹੁੰਦਾ। ਐਵੇਂ ਤਾਂ ਜਾ ਕੇ ਆਪਾਂ ਕਿਸੇ ਨੂੰ ਕੀ ਦਿਖਾਉਣਾ, ਐ ਕਿਹਨੂੰ ਚੁਣੌਤੀਆਂ ਦਿੰਨੇ ਆ? ਸਾਨੂੰ ਅੱਜ ਤੱਕ ਇਹੀ ਨਹੀਂ ਪਤਾ ਲੱਗਾ ਸਾਡਾ ਮੁਕਾਬਲਾ ਕਿਹਦੇ ਨਾਲ ਆ। ਠੀਕ ਹੈ ਨਾ? ਬਿਲਕੁਲ ਸਹੀ। ਪਹਿਲੀ ਗੱਲ ਤਾਂ ਸਾਡੇ ਭਾਰਤ ਦੇ ਵਿੱਚ 90% ਦੀ ਲੋਕਾਂ ਨੂੰ ਇਹ ਨਹੀਂ ਪਤਾ ਵੀ ਮੇਰੇ ਨਾਲ ਮੁਕਾਬਲਾ ਹੈ ਕਿਸੇ ਹੋਰ ਦੇ ਨਾਲ ਆ। ਅੱਧੇ ਤਾਂ ਘਰ ਦੇ ਜੀਆਂ ਨਾਲ ਹੀ ਕਰੀ ਬੈਠੇ ਹੁੰਦੇ ਆ। ਐਂ ਹੀ ਹੁੰਦਾ, ਬਾਪੂ ਨੂੰ ਪਿੱਛੇ ਛੱਡਣਾ, ਭਰਾ ਪਿੱਛੇ ਛੱਡ ਦੂੰ। ਜੱਜ ਦਾ ਵਿਚਾਰ। ਹਰਮਨ ਜੀ ਇੱਕ ਬੜੀ ਨਵੀਂ ਖਬਰ ਆਈ ਆ ਜੀ। ਆਪਾਂ ਤਾਂ ਬਹੁਤ ਪਿੱਛੇ ਆ। ਹੁਣ ਤਾਂ ਅਮਰੀਕਾ ਦੇ ਵਿੱਚੋਂ ਨਵੀਂ ਖਬਰ ਆ ਗਈ ਆ। ਕੀ? ਦੇਖੋ ਜਿਹੜੇ ਲੋਕ ਬਹੁਤ ਸਾਰਾ ਕੰਮਕਾਜ ਕਰਦੇ ਆ, ਜਿਹੜੇ ਲੋਕ ਤਣਾਅਗ੍ਰਸਤ ਜੇ ਹੁੰਦੇ ਆ, ਉਹ ਘਰ ਦੇ ਵਿੱਚ ਆਪਦੇ ਕੁੱਤਾ ਪਾਲਦੇ ਆ, ਕੋਈ ਬਿੱਲੀ ਪਾਲਦਾ, ਕੋਈ ਖਰਗੋਸ਼ ਰੱਖਦਾ, ਕੋਈ ਬੱਕਰੀ ਰੱਖਦਾ, ਕੋਈ ਤਾਂ ਰੱਖਦਾ ਵੀ ਭਾਈ ਇਹ ਕਾਰੋਬਾਰੀ ਤਰੀਕੇ ਨਾਲ। ਕਈ ਲੋਕ ਨਾ ਘਰਾਂ ਦੇ ਵਿੱਚ ਜੱਤ ਵਾਲਾ ਕੁੱਤਾ ਜਿਹਾ ਰੱਖਦੇ ਹੁੰਦੇ ਆ, ਜਿਹਦੇ ਚੋਂ ਕੁੱਤਾ ਲੱਭਣਾ ਪੈਂਦਾ ਜੱਤ ਪਰੇ ਕਰਕੇ ਵੀ ਉਹ ਦਿਨਾਸ ਆ ਗਈ। ਐਡਾ ਕੁ ਹੁੰਦਾ ਉਹ, ਐਡਾ ਕੁ। ਮੈਂ ਇੱਕ ਦਿਨ ਦੇਖਿਆ, ਸਾਡੇ ਘਰੇ ਵੀ ਹੈ। ਮੈਂ ਇੱਕ ਦਿਨ ਦੇਖਿਆ ਉਹ ਸੱਚੀ ਮੁੱਚੀ ਐਡਾ ਕੁ, ਉਹ ਬਿੱਲੀ ਤੋਂ ਵੀ ਛੋਟਾ। ਸਾਡੇ ਘਰੇ ਵੀ ਹੈ।
ਨਹੀਂ ਪਰ ਉਹ ਤਾਂ ਫੇਰ ਵੀ ਚੰਗਾ। ਹਾਂ ਮਤਲਬ ਉਹ ਪਮੇਰੀਅਨ ਆ ਨਾ, ਮੈਂ ਏਦਾਂ ਤਾਂ ਸੱਚੀ ਹੈ। ਮੁੱਚੀ ਨਾ, ਜਿਵੇਂ ਉਹ ਜੇ ਮੰਨ ਲਓ ਮੂਹਰੇ ਆ ਜੇ ਸਪੀਡ ਬ੍ਰੇਕਰ ਤੇ ਕੁੱਤਾ ਥੱਲੇ ਲੱਗ ਜੇ ਨਿੱਕਾ ਜਿਹਾ ਕੁੱਤਾ ਬਿਲਕੁਲ ਹਾਏ। ਐਡਾ ਹਾਏ ਹਾਏ। ਚੂਆ ਜਾ, ਹਾਂ ਤੇ ਮੈਂ ਕਿਹਾ ਵੀ ਇਹ ਵੀ ਕਿਸੇ ਨੂੰ ਵੱਢੂਗਾ, ਨਹੀਂ ਇਹ ਵੀ ਚੋਰ ਭਜਾਊਗਾ। ਅਸਲ 'ਚ ਉਹ ਪਿਆਰ ਕਰਨ ਲਈ ਹੀ ਹੁੰਦੇ ਨੇ ਕੁੱਤੇ। ਅੱਛਾ ਇਹਨਾਂ ਨੂੰ ਚੋਰ ਨਾ ਚੱਕ ਕੇ ਲੈ ਜਾ, ਪਹਿਲਾਂ ਰਜਾਈ 'ਚ ਪਾਉਣਾ ਪੈਂਦਾ। ਹਾਂ ਉਹਨਾਂ ਨੂੰ ਨਾ ਘਰਦਿਆਂ ਨੂੰ ਉਹਨਾਂ ਦੀ ਰਾਖੀ ਕਰਨੀ ਪੈਂਦੀ। ਇੱਕ ਤਾਂ ਆਉਂਦੇ ਬੜੇ ਮਹਿੰਗੇ ਟਾਣਾ ਸਾਹਿਬ ਇਹ, ਹਾਂ ਤੇ ਉਸ ਤੋਂ ਬਾਅਦ ਫਿਰ ਮਤਲਬ ਇਹ ਡਰ ਹੁੰਦਾ ਕੋਈ ਲੈ ਨਾ ਜਾਵੇ ਇਹਨੂੰ, ਫਿਰ ਉਹਨੂੰ ਅੰਦਰ ਲਕੋ ਕੇ ਜੇ ਰੱਖਣਾ ਪੈਂਦਾ। ਜਦੋਂ ਕੋਈ ਆਵੇ ਨਾ ਘਰੇ ਪ੍ਰਾਹੁਣਾ ਤੇ ਉਹਨੂੰ ਕੱਢ ਕੇ ਉਚੇਚੇ ਤੌਰ ਤੇ ਦਿਖਾਉਣਾ ਪੈਂਦਾ, ਵੇਖੋ ਅਸੀਂ ਕੁੱਤਾ ਆਪਾਂ ਰੱਖਿਆ ਜੀ ਇਹ ਫਲਾਣੀ ਨਸਲ ਆ। ਇਹ ਵੀ ਹੁਣ ਇੱਕ ਕਹਿੰਦੇ ਨੇ ਜਿਹਨੂੰ ਅੰਗਰੇਜ਼ੀ ਕੀ ਕਹਿੰਦੇ ਨੇ ਸਟੇਟਸ ਸਿੰਬਲ, ਉਹ ਬਣ ਗਿਆ। ਬਿਲਕੁਲ ਸਹੀ ਗੱਲ ਹੈ। ਆਪਦੇ ਪੂਰੀ ਮੈਂ ਹੈਗੇ ਪੈਸੇ ਆਪਣੇ ਕੋਲੇ। ਆਪਾਂ ਕੁੱਤਿਆਂ ਦੀ ਗੱਲ ਕਰਨੀ ਸੀ। ਉਹ ਮੈਂ ਗੱਲ ਹੋਰ ਤੇ ਆਉਣਾ, ਅਮਰੀਕਾ ਦੇ ਵਿੱਚ ਗਾਂ ਥੈਰੇਪੀ ਚੱਲੀ ਆ। ਅੱਛਾ ਹਾਂਜੀ, ਜਿਹੜੇ ਲੋਕ ਟੈਨਸ਼ਨ ਦੇ ਵਿੱਚ ਆ, ਤਣਾਅ ਦੇ ਵਿੱਚ ਆ, ਉਹ ਜਦੋਂ ਚਾਹੁੰਦੇ ਨੇ ਜੀ ਕਿ ਮੈਂ ਹੁਣ ਥੋੜਾ ਜਿਹਾ ਰਿਲੈਕਸ ਹੋਵਾਂ, ਮੈਂ ਸ਼ਾਂਤ ਹੋਵਾਂ, ਮੈਂ ਤਣਾਅ ਮੁਕਤ ਹੋਵਾਂ, ਉਹ ਕਹਿੰਦੇ ਵੀ ਕਈ ਫਾਰਮ ਹਾਊਸਾਂ ਤੇ ਜਾਂਦੇ ਆ। ਕਈ ਇਹੋ ਜਿਹੀਆਂ ਥਾਵਾਂ ਬਣਾਈਆਂ ਗਈਆਂ ਜਿੱਥੇ ਕਿ 1 ਘੰਟੇ ਦੇ ਲਈ, 1.5 ਘੰਟੇ ਦੇ ਲਈ $200 ਦੇਣਾ ਪੈਂਦਾ। ਅੱਛਾ ਉਹ ਗਾਂ ਦੇ ਨਾਲ ਆਪਣਾ ਸਮਾਂ ਬਿਤਾਉਂਦੇ ਆ। ਉਹ ਗਾਂ ਦੇ ਮੱਥੇ ਤੇ ਹੱਥ ਫੇਰਦੇ ਆ, ਗਾਂ ਨੂੰ ਗਲਵਕੜੀਆਂ ਪਾਉਂਦੇ ਆ, ਗਾਂ ਬੈਠੀ ਹੋਵੇ ਉਹਦੇ ਨਾਲ ਕਲੋਲਾਂ ਕਰਦੇ ਆ, ਗਾਂ ਖੜੀ ਹੋ ਗਈ ਉਹ ਤੁਹਾਡੇ ਕੋਲੇ ਬਸ ਸਮਾਂ ਹੁੰਦਾ ਉਹਨਾਂ ਵੀ ਤੁਸੀਂ ਜੋ ਮਰਜ਼ੀ ਕਰੀ ਚੱਲੋ। ਪਰ ਗਾਂ 'ਚ ਵੀ ਫਰਕ ਹੋਊਗਾ, ਇਹ ਵੀ ਸਿੰਗਾਂ ਵਾਲੀ ਹੋਵੇ, ਜਾਂਦਾ ਹੀ ਚੱਕ ਲੈ। ਨਾਲੇ ਮਤਲਬ ਇਹ ਤਾਂ ਬਾਹਰਲੀ ਗਾਂ ਵੀ ਸਾਊ ਹੈ ਜਿਹੜੀ ਵਿਚਾਰੀ ਮਤਲਬ ਸਾਰਾ ਕੁਝ ਕਹਿ ਨਹੀਂ ਰਹੀ। ਕਈ ਵਾਰ ਤਾਂ ਇੱਧਰ ਆਪਾਂ ਵੇਖਦੇ ਆ ਵੀਡੀਓ ਸਿੰਗਾਂ ਦੇ ਵੀ ਚੱਕ ਲੈਂਦੀ ਹੁੰਦੀ ਆ। ਬਰਨਾਲੇ ਦੇ ਵਿੱਚ ਕੱਲ ਹੀ ਇੱਕ ਖਬਰ ਆਈ ਆ, ਢੱਠੇ ਨੇ ਬੰਦਾ ਮਾਰਤਾ। ਓਏ ਹੋਏ ਇੱਥੇ ਸਾਡੇ ਦੇਸ਼ ਦੇ ਵਿੱਚ ਕਹਿਣ ਦੀਆਂ ਤੇ ਕਰਨ ਦੀਆਂ ਗੱਲਾਂ ਹੋਰ ਚੱਲਦੀਆਂ। ਉੱਥੇ ਪਤਾ ਲੱਗਾ ਵੀ ਸਾਈਕਲ ਤੇ ਬੰਦਾ ਜਾਂਦਾ ਸੀ ਤੇ ਢੱਠਾ ਬਾਹਰ ਨਿਕਲਿਆ, ਉਹਨੇ ਤਾਂ ਨੂੰ ਉਛਾਲਤਾ ਬੰਦੇ ਨੂੰ ਸਿੰਘ ਮਾਰ ਕੇ ਤੇ ਬੰਦੇ ਦੀ ਧੌਣ ਟੁੱਟ ਗਈ। ਮੈਂ ਵੀਡੀਓ ਦੇਖੀ ਹੈ ਕਿਸ ਤਰੀਕੇ ਦੇ ਨਾਲ। ਉਹ ਪਹਿਲਾਂ ਨਾ ਢੱਠਾ ਸਾਈਡ ਦੇ ਉੱਪਰ ਇੱਕ ਤੇ ਖੜਾ ਰਿਹਾ, ਲੋਕੀ ਆ ਜਾ ਰਹੇ ਸੀ, ਸੜਕ ਦੇ ਉੱਪਰ ਉਹ ਖੜਾ ਸੀ। ਉਸ ਤੋਂ ਬਾਅਦ ਅਚਾਨਕ ਇੱਕ ਬਜ਼ੁਰਗ ਜਿਹੜੇ ਨੇ ਉਹ ਸਾਈਕਲ ਦੇ ਉੱਪਰ ਆ ਰਹੇ ਨੇ ਤੇ ਢੱਠਾ ਘੁੰਮ ਕੇ ਗਿਆ ਮਗਰ ਜਾ ਕੇ ਉਹਨਾਂ ਦੇ ਭੱਜ ਕੇ ਤੇ ਸਿੰਘਾਂ ਦੇ ਉੱਪਰ ਹੀ ਚੱਕ ਲਿਆ ਤੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਸੱਟਿਆ ਥੱਲੇ, ਜਿਸ ਤੋਂ ਬਾਅਦ ਵਿੱਚ ਉਹ ਬੰਦਾ ਥਾਂ ਮੁੱਕ ਗਿਆ। ਬਹੁਤ ਬੁਰਾ ਹਾਲ ਹੈ, ਬੜਾ ਡਰ ਲੱਗਦਾ। ਤੇ ਸਾਡੇ ਦੇਸ਼ ਦੇ ਵਿੱਚ ਪਸ਼ੂਆਂ ਨੂੰ ਸੰਭਾਲਿਆ ਨਹੀਂ ਜਾਂਦਾ। ਸਰਕਾਰਾਂ ਕਹਿੰਦੀਆਂ ਗਊਸ਼ਾਲਾਵਾਂ ਖੋਲ੍ਹਤੀਆਂ, ਗਊ ਸਿਸ ਵੀ ਲੈਂਦੇ ਆ, ਤੇ ਫਿਰ ਵੀ ਕੀ ਕਰਗੇ। ਤੇ ਜਿਹੜੇ ਭਾਰਤ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਬਹੁਤ ਕੁਝ ਹੁੰਦਾ ਤੇ ਉਸੇ ਭਾਰਤ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਆ। ਤੁਸੀਂ ਦੇਖੋ ਯੂਪੀ ਦੇ ਵਿੱਚ ਧਰਮ ਦੇ ਨਾਂ ਤੇ ਵੋਟਾਂ ਪੈਂਦੀਆਂ, ਉੱਥੇ ਗਊ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਆ। ਕੱਲ ਆਜਮਗੜ੍ਹ ਦੇ ਵੱਲ ਗਏ ਸੀਗੇ ਯੋਗੀ ਆਦਿੱਤਿਆਨਾਥ ਹੈਲੀਕਾਪਟਰ ਤੇ ਜਿਹੜੀ ਜਿੱਥੇ ਲੈਂਡ ਕਰਨਾ ਸੀਗਾ ਜਹਾਜ਼ ਨੇ, ਉੱਥੇ ਗਾਂ ਆ ਗਈ ਤੇ ਬਾਅਦ ਦੇ ਵਿੱਚ ਯੋਗੀ ਨੂੰ ਵੀ ਭੱਜਣਾ ਪੈ ਗਿਆ। ਫਿਰ ਛੇਤੀ ਸੁਰੱਖਿਆ ਕਰਮਚਾਰੀਆਂ ਨੂੰ ਪਰੇ ਕਰਵਾਈ ਗਾਂ ਤੇ ਬਾਅਦ ਦੇ ਵਿੱਚ ਉਹਨਾਂ ਦਾ ਹੈਲੀਕਾਪਟਰ ਥੱਲੇ ਉਤਰਿਆ। ਤੇ ਮੈਂ ਕਿਹਾ ਜੀ ਹੁਣ ਜਾਣਾ ਸੀ। ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ, ਮੈਨੂੰ ਨਾ ਲੋਕਾਂ ਦੀ ਮਾਨਸਿਕਤਾ ਨਹੀਂ ਸਮਝ ਆਉਂਦੀ ਹੁੰਦੀ। ਜਿਹੜੇ ਪਹਿਲਾਂ ਤਾਂ ਸਾਰੀ ਉਮਰ ਦੁੱਧ ਪੀਣਗੇ, ਉਸ ਤੋਂ ਬਾਅਦ ਚ ਜਦੋਂ ਕਿਤੇ ਵਿਚਾਰੀ ਗਾਂ ਜਾਂ ਮੱਝ ਬਜ਼ੁਰਗ ਹੋ ਜਾਂਦੀ ਹੈ ਨਾ, ਜਦੋਂ ਕਿਤੇ ਸਰੀਰ ਸਾਥ ਨਹੀਂ ਦਿੰਦਾ, ਉਦੋਂ ਚੱਕ ਕੇ ਸੜਕਾਂ ਤੇ ਛੱਡ ਦੇਣਗੇ। ਕੀ ਗੱਲ ਅਸੀਂ ਮਤਲਬ ਜੇਕਰ ਇੰਨੇ ਸਾਲ ਉਸ ਪਸ਼ੂ ਨੇ ਸਾਡੀ ਸੇਵਾ ਕੀਤੀ, ਬਿਨਾਂ ਕਿਸੇ ਲਾਲਚ ਦੇ ਸਾਨੂੰ ਇੰਨਾ ਪਵਿੱਤਰ ਦੁੱਧ ਦਿੱਤਾ, ਤੇ ਅਸੀਂ 2-4 ਸਾਲ ਉਹਦੀ ਸੇਵਾ ਨਹੀਂ ਕਰ ਸਕਦੇ ਕਿ ਪੱਠੇ ਹੀ ਪਾਉਣੇ ਆ ਨਾ, ਹੋਰ ਤਾਂ ਨਹੀਂ ਉਹ ਕੁਛ ਨਾ ਮਹਿੰਗੇ ਕੱਪੜੇ ਮੰਗਦੀ ਆ, ਨਾ ਕੋਈ ਹੋਰ ਮਹਿੰਗੀਆਂ ਉਹਦੀਆਂ ਡਿਮਾਂਡਾਂ ਨੇ। ਅਸੀਂ ਪੱਠੇ ਖਵਾਉਣ ਤੋਂ ਵੀ ਇੰਨਾ ਜ਼ਿਆਦਾ ਭੱਜਦੇ ਆ। ਇਹ ਕੁਝ ਕਰਨ ਦੇ ਬਾਵਜੂਦ ਅਸੀਂ ਆਰਥਿਕ ਤੌਰ ਤੇ ਫਿਰ ਵੀ ਉੱਥੇ ਜੇ ਰਹਿੰਦੇ ਆ। ਜਾਂ ਤਾਂ ਹੋਵੇ ਵੀ ਅਸੀਂ ਬਹੁਤ ਕੋਈ ਕਰੋੜਪਤੀ ਅਰਬਪਤੀ ਬਣ ਜਾਂਦੇ ਆ ਕੁਝ ਕਰਕੇ, ਰਹਿੰਦੇ ਵੀ ਉੱਥੇ ਜਿਹੀ ਆ ਜੀ। ਨਾਲੇ ਜੇਕਰ ਲੋਕ ਪੂਰਾ ਆਪਣਾ ਕਰ ਦੇ ਰਹੇ ਨੇ, ਜੇਕਰ ਲੋਕ ਕਾਊ ਸੈਸ ਵੀ ਦੇ ਰਹੇ ਨੇ, ਸਾਰਾ ਕੁਝ ਕਰ ਰਹੇ ਨੇ ਜਿਵੇਂ ਸਰਕਾਰਾਂ ਕਹਿੰਦੀਆਂ, ਤੇ ਜ਼ਿੰਮੇਵਾਰੀ ਸਰਕਾਰਾਂ ਦੀ ਵੀ, ਕਿਉਂਕਿ ਬਹੁਤ ਸਾਰੇ ਲੋਕ ਅਜਾਈਂ ਦੁਨੀਆ ਤੋਂ ਚਲੇ ਗਏ ਇਹਨਾਂ ਅਵਾਰਾ ਪਸ਼ੂਆਂ ਦਾ ਕਰਕੇ। ਚਾਹੇ ਆਪਾਂ ਕੁੱਤਿਆਂ ਦੀ ਗੱਲ ਕਰ ਲਈਏ, ਚਾਹੇ ਹੋਰ ਪਸ਼ੂਆਂ ਦੀ ਗੱਲ ਕਰ ਲਈਏ, ਰਸਤੇ ਦੇ ਵਿੱਚ ਰਾਤ ਨੂੰ ਖਾਸ ਤੌਰ ਤੇ ਕਾਲੇ ਰੰਗ ਦੀ ਜੇਕਰ ਗਾਂ ਜਾਂ ਮੱਝ ਮੋਹਰੇ ਆ ਜਾਏ, ਤੁਹਾਨੂੰ ਦਿਖਦੀ ਹੈ ਨਹੀਂ। ਬਿਲਕੁਲ ਸਹੀ। ਨਾ ਤਾਂ ਲਾਈਟਾਂ ਨੇ, ਸਟਰੀਟ ਲਾਈਟਾਂ ਲੱਗੀਆਂ ਹੋਈਆਂ, ਸੜਕਾਂ ਤੇ ਲਾਈਟਾਂ ਨਾ ਲੱਗੀਆਂ ਹੋਈਆਂ, ਨਾ ਮੋਹਰੇ ਦਿਖਦਾ ਵੀ ਕੀ ਆਇਆ ਕੀ ਨਹੀਂ। ਸੋ ਸਰਕਾਰਾਂ ਨੂੰ ਵੀ ਥੋੜੀ ਜਿਹੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸੋ ਖੈਰ ਭਾਈ ਰੱਬ ਹੀ ਭਲਾ ਕਰੇ। ਆਪਾਂ ਹੁਣ ਚੱਲੀਏ ਜੀ, ਜਾਣਦਾ ਹੋ ਗਿਆ ਵੇਲਾ ਜੀ, ਅਸੀਂ ਚੱਲਦੇ ਹਾਂ। ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਮੁੜ ਮੁਲਾਕਾਤਾਂ ਹੋਣਗੀਆਂ, ਤਦ ਤੱਕ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।